ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਤੁਸੀਂ ਬਣੇ ਹੋਏ ਹੋ। ਮੈਂ ਹਾਂ ਸੁਖ ਸੋਹਲ। ਇਸ ਵੇਲੇ ਕਿਸਾਨੀ ਸੰਘਰਸ਼ ਪੂਰੇ ਪੰਜਾਬ ਦੇ ਵਿੱਚ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ, ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਪੰਜਾਬ ਦੇ ਆਮ ਲੋਕਾਂ ਦੇ ਨਾਲ ਸੜਕਾਂ ਤੋਂ ਲੈ ਕੇ ਰੇਲਵੇ ਟਰੈਕਾਂ ਦੇ ਉੱਤੇ, ਰਿਲਾਇੰਸ ਤੇ ਪੈਟਰੋਲ ਪੰਪਾਂ ਤੋਂ ਲੈ ਕੇ ਟੋਲ ਪਲਾਜ਼ਿਆਂ ਦੇ ਉੱਤੇ ਬੈਠੀਆਂ ਹੋਈਆਂ ਨੇ। ਉੱਥੇ ਹੀ ਇਸ ਸੰਘਰਸ਼ ਦੇ ਵਿੱਚ ਨਾ ਸਿਰਫ ਬੁੱਧੀਜੀਵੀ ਗਾਇਕ ਭਾਈਚਾਰਾ ਜਾਂ ਫਿਰ ਉਹ ਲੋਕ ਜਿਹੜੇ ਕਾਨੂੰਨੀ ਸਮਝ ਰੱਖਦੇ ਨੇ, ਉਹਨਾਂ ਦਾ ਵੀ ਸਾਥ ਕਿਸਾਨ ਜਥੇਬੰਦੀਆਂ ਨੂੰ ਇਸ ਸੰਘਰਸ਼ ਦੇ ਵਿੱਚ ਘੋਲ ਦੇ ਵਿੱਚ ਬਾਖੂਬੀ ਮਿਲ ਰਿਹਾ ਹੈ। ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ, ਚਾਹੇ ਉਹ ਸਵਾਲ ਜਿਹੜੇ ਨੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਲੈ ਕੇ ਹੋਣ ਕਿ ਪੰਜਾਬ ਦੇ ਵਿੱਚ ਬੱਤੀ ਗੁੱਲ ਹੋ ਸਕਦੀ ਹੈ, ਪੰਜਾਬ ਦੇ ਵਿੱਚ ਅਨਾਜ ਦਾ ਕਾਲ ਪੈ ਸਕਦਾ ਹੈ, ਜਾਂ ਫਿਰ ਕੁਛ ਅਜਿਹੇ ਸਵਾਲ ਜਿੱਥੇ ਇਹ ਆਖਿਆ ਜਾਂਦਾ ਹੈ ਕਿ ਇਸ ਲੜਾਈ ਨੂੰ ਕਾਨੂੰਨੀ ਰੂਪ ਦੇ ਨਾਲ ਵੀ ਲੜਿਆ ਜਾ ਸਕਦਾ ਹੈ। ਸੋ ਅਜਿਹੇ ਸਵਾਲਾਂ ਦੇ ਜਵਾਬ ਲੈਣ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ। ਦੋ ਨੌਜਵਾਨ ਵਕੀਲ ਮਨਜਿੰਦਰ ਭੁੱਲਰ ਹੋਣਾ ਤੇ ਸਿਮਰਨਜੀਤ ਕੌਰ ਗਿੱਲ ਹੋਣਾ ਤੋਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਫਤਿਹ। ਸੋ ਜਿਵੇਂ ਮੈਂ ਗੱਲ ਕੀਤੀ ਕਿ ਸਵਾਲ ਬਹੁਤ ਖੜੇ ਹੋ ਰਹੇ ਨੇ, ਲੋਕ ਸ਼ਸ਼ੋਪੰਜ ਦੇ ਵਿੱਚ ਨੇ ਕਿ ਕੀ ਸੱਚਮੁੱਚ ਇੱਦਾਂ ਹੋ ਜਾਏਗਾ ਵੀ ਜਿੱਦਾਂ ਦੀਆਂ ਗੱਲਾਂ ਸਰਕਾਰ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਬੱਤੀ ਗੁੱਲ ਹੋ ਜਾਣੀ ਹੈ, ਰੇਲਵੇ ਟਰੈਕ ਬੰਦ ਨੇ, ਤਾਂ ਹੋਰ ਵੀ ਬਹੁਤ ਕੁਝ ਹੋ ਜਾਣਾ, ਜਾਂ ਫਿਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਹੁਣ ਇੱਥੇ ਰੋਕ ਕੇ ਸਾਰਾ ਕੁਝ ਅਦਾਲਤਾਂ ਦਾ ਰੁੱਖ ਕਰਨਾ ਚਾਹੀਦਾ ਹੈ, ਅਦਾਲਤੀ ਲੜਾਈ ਜਿਹੜੀ ਹੈ ਉਹ ਵੀ ਸਰਕਾਰ ਵਿਰੁੱਧ ਲੜੀ ਜਾ ਸਕਦੀ ਹੈ। ਤੁਸੀਂ ਮੈਨੂੰ ਪਹਿਲਾਂ ਦੱਸਿਓ ਕਿ ਅਦਾਲਤਾਂ ਦੇ ਵਿੱਚ ਜੇਕਰ ਕਿਸਾਨ ਜਥੇਬੰਦੀਆਂ ਜਾਂਦੀਆਂ ਨੇ ਜਾਂ ਫਿਰ ਸਾਡੀ ਸਰਕਾਰ ਜਾਂਦੀ ਹੈ, ਪੰਜਾਬ ਸਰਕਾਰ ਜਾਂਦੀ ਹੈ, ਤਾਂ ਕੁਝ ਹੱਥ ਪੱਲੇ ਆਉਣ ਵਾਲਾ ਹੈਗਾ ਕੁਝ? ਬਿਲਕੁਲ, ਡੈਫੀਨੇਟਲੀ ਇਹ ਲੜਾਈ ਤਾਂ ਦੋਨਾਂ ਮੁਹਾਜ਼ਾਂ 'ਤੇ ਹੀ ਲੜਨੀ ਪਏਗੀ, ਪਰ ਹਰ ਚੀਜ਼ ਦਾ, ਹਰ ਮੂਵ ਦਾ ਇੱਕ ਸਮਾਂ ਹੁੰਦਾ ਜੀ। ਔਰ ਅਗਰ ਅਸੀਂ ਲੀਗਲ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਪ੍ਰਾਈਮਾ ਫੇਸ਼ੀ ਦੀਜ਼ ਆਰ ਅਨਕਨਸਟੀਟਿਊਸ਼ਨਲ ਐਂਡ ਬਾਇਸਡ ਐਕਟ। ਅਗਰ ਇਲੀਗਲ ਵੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤ ਕਥਨ ਹੀ ਨਹੀਂ, ਕਿਉਂਕਿ ਦ ਪਾਵਰ ਟੂ ਪ੍ਰੋਮਲਗੇਟ ਐਨ ਆਰਡੀਨੈਂਸ ਲਾਈਜ਼ ਵਿਦ ਦਾ ਪ੍ਰੈਜ਼ੀਡੈਂਟ। ਔਰ ਜਦੋਂ ਕੋਈ ਬਹੁਤ ਐਮਰਜੈਂਟ ਸਿਚੁਏਸ਼ਨ ਹੋਵੇ ਉਦੋਂ, ਔਰ ਤੁਸੀਂ ਅਗਰ ਇਹਨਾਂ ਦਾ ਨਾਮਨਕਲੇਚਰ ਜਾਂ ਜਿਹੜੀ ਸਟਾਰਟਿੰਗ ਪੜ੍ਹੋਗੇ ਤਾਂ ਉੱਥੇ ਵੀ, ਅਗਰ ਪੰਜਾਬੀ 'ਚ ਆਪਾਂ, ਸਾਡੇ ਦਰਸ਼ਕ ਜ਼ਿਆਦਾ ਪੰਜਾਬੀ ਸਮਝਣ ਵਾਲੇ ਨੇ, ਤਾਂ ਉਹਦੇ 'ਚ ਲਿਖਿਆ ਗਿਆ ਕਿ ਰਾਸ਼ਟਰਪਤੀ ਇਸ ਗੱਲ ਦੀ ਪ੍ਰਸੰਨਤਾ ਮਹਿਸੂਸ ਕਰਦੇ ਹਨ ਕਿ ਹੁਣ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਆਹ ਆਰਡੀਨੈਂਸ ਜਿਹੜੇ ਹੈਗੇ ਲਿਆਉਣੇ ਪੈ ਰਹੇ। ਔਰ ਉਸ ਤੋਂ ਇਲਾਵਾ ਜਿਹੜੀਆਂ ਇਹਦੀਆਂ ਕਲੌਜ਼ਸ ਨੇ, ਮਦਾਂ ਨੇ, ਉਹਦੇ 'ਚ ਨੰਬਰ ਆਫ ਥਿੰਗਸ, ਜਿਵੇਂ ਉਹਦੇ 'ਚ ਕੰਟਰੈਕਟ ਦੀ ਪਰਿਭਾਸ਼ਾ ਦੀ ਅਗਰ ਅਸੀਂ ਗੱਲ ਕਰ ਲਈਏ, ਐਜ਼ ਪਰ ਇੰਡੀਅਨ ਕੰਟਰੈਕਟ ਐਕਟ, ਕੰਟਰੈਕਟ ਇਜ਼ ਐਨ ਐਗਰੀਮੈਂਟ ਲੀਗਲੀ ਇਨਫੋਰਸੇਬਲ ਬਾਈ ਲਾਅ। ਔਰ ਉਹਨੂੰ ਇਨਫੋਰਸ ਕਿਹਨੇ ਕਰਾਉਣਾ ਵਾ? ਸਿਵਲ ਕੋਰਟ ਨੇ। ਔਰ ਇਹਦੇ 'ਚ ਸਿਵਲ ਕੋਰਟ ਜਾਣ ਦਾ ਜਿਹੜਾ ਰਸਤਾ ਹੈ ਉਹ ਹੀ ਬਾਰ ਕਰ ਦਿੱਤਾ ਗਿਆ। ਔਰ ਨੰਬਰ ਆਫ ਅਦਰ ਥਿੰਗਸ, ਜਿਵੇਂ ਕਿ ਪਹਿਲਾਂ ਤਾਂ ਇਹ ਲਿਖਿਆ ਗਿਆ ਕਿ ਵਿਦ ਦਾ ਕੰਸੈਂਟ ਆਫ ਦਾ ਫਾਰਮਰ ਔਰ ਮਿਊਚੁਅਲ ਕੰਸੈਂਟ ਕਾਰਪੋਰੇਟ ਦੀ, ਉਹਦੇ ਨਾਲ ਜਿਹੜਾ ਹੈਗਾ ਟੈਂਪਰੇਰੀ ਸਟਰਕਚਰ ਖੜਾ ਕੀਤਾ ਜਾ ਸਕਦਾ, ਔਰ ਉਹਨੂੰ ਜ਼ਮੀਨ ਨੂੰ ਉਸੇ ਪਹਿਲੀ ਪੋਜੀਸ਼ਨ ਦੇ ਵਿੱਚ ਰੀਜ਼ਿਊਮ ਕਰਕੇ ਦਊਗਾ ਕਾਰਪੋਰੇਟ। ਨਾਲ ਹੀ ਪ੍ਰੋਵਾਈਜ਼ੋ ਦੇ ਦਿੱਤੀ ਗਈ ਹੈ ਕਿ ਇਟਸ ਪ੍ਰੋਵਾਈਡਡ ਕਿ ਜੇਕਰ ਉਹ ਢਾਂਚਾ ਜਿਹੜਾ ਹੈਗਾ ਉਹ ਨਹੀਂ ਪੱਟ ਕੇ ਲੈ ਜਾਂਦੇ ਤਾਂ ਉਹ ਕਿਸਾਨ ਨੂੰ ਸੌਂਪ ਦਿੱਤਾ ਜਾਊਗਾ, ਕਿ ਸਾਡੀ ਸਹਿਮਤੀ ਤੋਂ ਬਿਨਾਂ ਸਾਡੀ ਜ਼ਮੀਨ ਦੇ ਵਿੱਚ ਇੱਕ ਸਟਰਕਚਰ ਖੜਾ ਕਰਕੇ ਉਹ ਸਾਡੇ ਗਲ ਮੜ ਦਿੱਤਾ ਜਾਊਗਾ ਜੀ। ਸੋ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਲੌਜ਼ਸ ਹੈਗੀਆਂ ਜਿਹਦੇ ਉੱਪਰ ਕਿੰਤੂ ਪਰੰਤੂ ਕਾਨੂੰਨੀ ਢੰਗ ਨਾਲ ਕੀਤਾ ਜਾ ਸਕਦਾ। ਔਰ 110% ਇਹਦੇ 'ਚ ਆਨਰੇਬਲ ਸੁਪਰੀਮ ਕੋਰਟ ਵੱਲੋਂ ਨੋਟਿਸ ਵੀ ਹੋਊਗਾ, ਔਰ ਇਹਦੇ 'ਤੇ ਜਿਹੜਾ ਹੈਗਾ ਇੰਟੈਰਮ ਸਟੇ ਹੋਊਗਾ। ਉਸ ਤੋਂ ਬਾਅਦ ਆਫਟਰ ਥੋਰੋ ਕੰਸੀਡਰੇਸ਼ਨ ਜੋ ਵੀ ਨਤੀਜਾ ਨਿਕਲੂਗਾ। ਔਰ ਜਿਹੜੀ ਤੁਸੀਂ ਸਥਿਤੀ ਦੀ ਗੱਲ ਕੀਤੀ ਹੈ ਮੌਜੂਦਾ, ਕਿ ਸਰਕਾਰ ਹੁਣ ਲੋਕਾਂ ਨੂੰ ਇਸ ਢੰਗ ਨਾਲ ਹੰਬਲ ਭੂਸੇ 'ਚ ਪਾ ਰਹੀ ਹੈ ਕਿ ਜੀ ਕੋਲੇ ਦੀ ਸ਼ਾਰਟੇਜ ਆ ਗਈ, ਡੀਜ਼ਲ ਪੈਟਰੋਲ ਦਾ ਜਿਹੜਾ ਹੈਗਾ ਉਹਦੀ ਡੈਫੀਸ਼ੀਐਂਸੀ ਹੋ ਜਾਣੀ ਹੈ ਅਗਰ ਤੁਸੀਂ ਟਰੈਕਸ ਖਾਲੀ ਨਾ ਕੀਤੇ। ਪਹਿਲੀ ਗੱਲ ਇਹ ਕਿ ਜਿਹੜਾ ਡੀਜ਼ਲ ਪੈਟਰੋਲ ਦਾ ਹੈਗਾ ਉਹ ਤਾਂ ਰੋਡ ਟਰਾਂਸਪੋਰਟੇਸ਼ਨ ਦੇ ਜ਼ਰੀਏ ਹੈ, ਔਰ ਰੋਡਸ ਦੇ ਉੱਪਰ ਕੋਈ ਕਿਸੇ ਕਿਸਮ ਦਾ ਧਰਨਾ ਹੈ ਨਹੀਂ। ਇੱਕ ਟਾਈਮ ਬੀਇੰਗ ਜਿਵੇਂ 2 ਘੰਟੇ ਵਾਸਤੇ ਜਾਮ ਸੀਗਾ, ਇੱਕ ਸਿੰਬੋਲਿਕ ਜਾਮ ਕੀਤਾ ਜਾਂਦਾ। ਔਰ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਸਰਕਾਰ ਵਾਂਗੂ ਇੰਨੀਆਂ ਇਨਸੈਂਸਿਟਿਵ ਔਰ ਇਨਹਿਊਮਨ ਨਹੀਂ ਹੈਗੀਆਂ ਕਿ ਉਹ ਇਸ ਚੀਜ਼ ਨਾਲ ਕੋਆਪਰੇਟ ਨਾ ਕਰਨਗੀਆਂ। ਕੱਲ੍ਹ ਵਾਲੀ ਬਰਨਾਲੇ ਵਾਲੀ ਮੀਟਿੰਗ ਦੇ ਵਿੱਚ ਹਲੇ ਕੋਈ ਸਿੱਟਾ ਨਹੀਂ ਨਿਕਲਿਆ, ਬਟ 13 ਤਰੀਕ ਨੂੰ ਦੁਬਾਰਾ ਫੇਰ ਮੀਟਿੰਗ ਕਾਲ ਕੀਤੀ ਹੈ। ਸੋ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਸੰਗਤ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਗੱਲਾਂ 'ਚ ਆਉਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਇਹ ਸਾਰੇ ਢੰਗ ਤਰੀਕੇ ਆ ਇਸ ਸਾਰੇ ਸਟਰਗਲ ਨੂੰ ਸੈਬੋਟੇਜ ਔਰ ਟੋਰਪੀਡੋ ਕਰਨ ਦੇ, ਕਿ ਦੇਖੋ ਜੀ ਕਿਸਾਨ ਜਥੇਬੰਦੀਆਂ ਆਮ ਲੋਕਾਂ ਨੂੰ ਜਿਹੜਾ ਹੈਗਾ ਖੱਜਲ ਖੁਆਰ ਕਰ ਰਹੀਆਂ, ਔਰ ਇਹ ਬਿਲਕੁਲ ਨਹੀਂ ਸੋਚ ਰਹੇ ਕਿ ਬਿਜਲੀ ਗੁੱਲ ਹੋ ਜਾਊਗੀ ਜਾਂ ਸਾਰਾ ਢਾਂਚਾ ਕਿਵੇਂ ਚੱਲੂਗਾ। ਇਫ ਡਿਊਰਿੰਗ ਦਾ ਕੋਵਿਡ, ਜਦੋਂ ਪਿਛਲੇ ਲਗਭਗ ਤੁਸੀਂ 22 ਮਾਰਚ ਤੋਂ ਲੈ ਕੇ ਲਾਕਡਾਊਨ ਆ, ਉਦੋਂ ਤੋਂ ਲੈ ਕੇ ਹੁਣ ਤੱਕ ਸਾਰਾ ਕੁਝ ਚੱਲਦਾ ਰਿਹਾ, ਔਰ ਉਦੋਂ ਵੀ ਕਿਹੜਾ ਸਪਲਾਈ ਬਿਲਕੁਲ ਐਜ਼ ਇਟ ਇਜ਼ ਕੌਨਸਟੈਂਟ ਸੀਗੀ। ਹੁਣ ਲੋਕ ਤਰਕ ਦਿੰਦੇ ਆ ਕਿ ਉਦੋਂ ਜੀ ਮਾਲ ਗੱਡੀਆਂ ਚੱਲਦੀਆਂ ਸੀਗੀਆਂ, ਤਾਂ ਫਾਰਮਰ ਯੂਨੀਅਨਸ ਆਰ ਰੈਡੀ ਕਿ ਠੀਕ ਆ, ਤੁਸੀਂ ਸਾਨੂੰ ਇਨਫੋਰਮ ਕਰੋ ਕਿ ਇਸ ਦਿਨ ਕੋਲਾ ਆਉਣਾ ਜਾਂ ਇਸ ਦਿਨ ਫਲਾਂ ਐਸੈਂਸ਼ੀਅਲ ਕਮੋਡਿਟੀਜ਼ ਲੈ ਕੇ ਆਉਣੀਆਂ ਪੰਜਾਬ ਦੇ ਵਿੱਚ, ਤਾਂ ਦੇ ਵਿਲ ਬੀ ਰੈਡੀ। ਕੋਈ ਉਹਦੇ 'ਚ ਇਸ਼ੂ ਨਹੀਂ ਹੈਗਾ। ਇਹ ਸਿਰਫ ਇੱਕ ਜਿਵੇਂ ਇੱਕ ਨੈਰੇਟਿਵ ਕ੍ਰੀਏਟ ਹੋ ਗਿਆ ਨਾ ਪਹਿਲਾਂ, ਕਿ ਜਿਹੜਾ ਡਿਸੈਂਟ ਆ ਉਹ ਇੱਕ ਕ੍ਰਾਈਮ ਬਣ ਗਿਆ, ਕਿ ਮੈਂ ਆਪਦਾ ਜੇ ਵਿਰੋਧ ਦਰਜ ਕਰਾਊਂਗਾ ਤਾਂ ਉਹ ਇੱਕ ਇਸ ਕਿਸਮ ਦਾ ਇੱਕ ਨੈਰੇਟਿਵ ਸਿਰਜ ਦਿੱਤਾ ਗਿਆ
ਉਹ ਚਾਹੇ ਤੁਸੀਂ ਦਿੱਲੀ ਤੋਂ ਲੈ ਕੇ ਸ਼ਾਹੀਨ ਬਾਗ ਦਾ ਕੇਸ ਲੈ ਲਓ, ਚਾਹੇ ਸ਼ਪੂਰਾ ਜਰਗਰ ਦਾ ਲੈ ਲਓ, ਚਾਹੇ ਤੁਸੀਂ ਜਿਹੜਾ ਹੈਗਾ NRC CA ਲੈ ਲਓ, ਔਰ ਚਾਹੇ 370 ਸੈਕਸ਼ਨ ਨੂੰ ਜਿਹੜਾ ਐਬਰੋਗੇਟ ਕਰਨ ਦੀ ਗੱਲ ਆ। ਉਸੇ ਢੰਗ ਨਾਲ ਹੁਣ ਲੋਕਾਂ ਦੇ ਸਾਹਮਣੇ ਇਸ ਤਰੀਕੇ ਨਾਲ ਇਸ ਗੱਲ ਨੂੰ ਪੇਸ਼ ਕੀਤਾ ਜਾ ਰਿਹਾ ਕਿ ਇਹ ਜਿਹੜਾ ਸੰਘਰਸ਼ ਹੈ ਇਹਦਾ ਮੂੰਹ ਮੁਹਾਂਦਰਾ ਉਸ ਢੰਗ ਨਾਲ ਲੋਕਾਂ ਨੂੰ ਦਿਖਾਇਆ ਜਾਵੇ ਕਿ ਇਹ ਲੋਕ, ਕਿਉਂਕਿ ਪ੍ਰਾਈਮਾ ਫਸਾਈ ਇਹ ਗੱਲ ਹੀ ਗਲਤ ਆ ਕਿ ਇਹ ਕਿਸਾਨਾਂ ਦਾ ਸੰਘਰਸ਼ ਹੈ ਜਾਂ ਫਾਰਮ ਆਰਡੀਨੈਂਸਿਸ ਨੇ ਜੀ। ਮੋਰ ਦੈਨ 90% ਜਿਹੜੀ ਪਬਲਿਕ ਆ ਭਾਰਤ ਦੀ ਉਹਨੇ ਇਫੈਕਟ ਹੋਣਾ ਇਹਨਾਂ ਦੇ ਨਾਲ। ਇਫ ਯੂ ਵਿਲ ਹੈਵ ਅ ਥੋਰੋ ਸਟੱਡੀ, ਇਹਦੀ ਰਿਸਰਚ ਕਰੋਗੇ ਨਾ ਪੂਰੇ ਤਿੰਨਾਂ ਆਰਡੀਨੈਂਸਿਸ ਦੀ, ਅੱਗੇ ਜਾ ਕੇ ਆਪਾਂ ਸਵਾਲ ਜਵਾਬਾਂ ਦੇ ਸਿਲਸਿਲੇ 'ਚ ਮੈਂ ਤੁਹਾਨੂੰ ਤਫਸੀਲ 'ਚ ਦੱਸਾਂਗਾ ਕਿ ਕਿਵੇਂ ਇਹ ਤਿੰਨੋਂ ਆਰਡੀਨੈਂਸ ਇਕੱਠੇ ਕਿਉਂ ਲਿਆਂਦੇ ਗਏ ਆ। ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਐਕਟ, ਔਰ ਉਹਦੇ ਨਾਲ ਹੀ ਜਿਹੜਾ ਹੈਗਾ ਫਾਰਮਰਸ ਪ੍ਰੋਡਿਊਸ ਪ੍ਰਾਈਸ ਅਸ਼ੋਰੈਂਸ, ਔਰ ਤੀਜਾ ਨਾਲ ਐਸੈਂਸ਼ੀਅਲ ਕਮੋਡਿਟੀਜ਼ ਦਾ, ਕਿ ਨਾਮ ਜਿਹੜਾ ਹੈਗਾ ਉਹ ਫਾਰਮਰ ਦਾ ਵਰਤਿਆ ਗਿਆ ਵਾ। ਐਕਚੁਅਲ ਦੇ ਵਿੱਚ ਕੀ ਹੈ ਕਿ ਪਹਿਲਾਂ ਤਾਂ ਸਾਡੀ ਸਰਕਾਰੀ ਮੰਡੀ ਤੋੜ ਕੇ ਪ੍ਰਾਈਵੇਟ ਮੰਡੀ ਦੀ ਖੁੱਲ੍ਹ ਦੇਤੀ, ਉਹਦੇ ਨਾਲ ਕਾਰਪੋਰੇਟ ਨੂੰ ਜਿਹੜਾ ਕੰਟਰੈਕਟ ਫਾਰਮਿੰਗ ਦਾ ਕਿਉਂ ਲਿਆਂਦਾ ਜਾ ਰਿਹਾ, ਕਿਉਂਕਿ ਦੇ ਆਰ ਵੈਰੀ ਵੈਲ ਨੋਨ। ਇਹਦੇ 'ਚ ਲਿਖਿਆ ਗਿਆ ਸ਼ਡਿਊਲਡ ਜਿਹੜੀਆਂ ਕ੍ਰੌਪਸ ਆ, ਸ਼ਡਿਊਲਡ ਕ੍ਰੌਪਸ ਦੇ ਵਿੱਚ ਉਹੀ ਆ ਜਿਹੜੀਆਂ APMC ਦੇ ਅੰਦਰ ਆਉਂਦੀਆਂ, ਕਣਕ ਤੇ ਝੋਨਾ। ਔਰ ਉਹ ਹੁਣ ਸ਼ਡਿਊਲਡ ਕ੍ਰੌਪਸ ਨੂੰ ਛੱਡ ਕੇ ਬਾਕੀ ਤੇ ਆਪਦੀ ਮਰਜ਼ੀ ਦਾ, ਚਾਹੇ ਉਹ ਕੀਵੀ ਬਜਾ ਲੈਣ, ਡਰੈਗਨ ਫਰੂਟ ਬਜਾ ਲੈਣ, ਫਰੂਟ ਬਜਾ ਲੈਣ, ਹੋਰ ਕੋਈ ਭਾਵੇਂ ਇੱਥੇ ਬਦਾਮਾਂ ਦੀ ਖੇਤੀ ਕਰਾ ਲੈਣ, ਕਿ ਉਹ ਚੀਜ਼ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੰਟਰਨੈਸ਼ਨਲ ਪੈਰਾਮੀਟਰ ਦੇ ਉੱਪਰ ਖਰੀ ਉਤਰੂਗੀ, ਜਿਹਦੇ ਵਾਸਤੇ ਮਾਰਕੀਟ ਖੁੱਲ੍ਹੀ ਹੈ। ਕਿਉਂਕਿ ਸਾਡੀ ਬਾਸਮਤੀ ਨੂੰ ਤਾਂ ਕੋਈ ਰਸ਼ੀਆ 'ਚ ਨਹੀਂ ਪੁੱਛਦਾ, ਅਮਰੀਕਾ ਨੇ ਤਾਂ ਲੈਣਾ ਹੀ ਕੀ ਹੈ, ਕਿਉਂਕਿ ਅਸੀਂ ਪੈਸਟੀਸਾਈਡ ਜਿਹੜਾ ਹੈਗਾ ਇੰਨਾ ਜ਼ਿਆਦਾ ਪਾਤਾ, ਔਰ ਕਾਰਪੋਰੇਟਸ ਨੂੰ ਇਸ ਗੱਲ ਦੀ ਸਮਝ ਹੈ। ਔਰ ਦੂਸਰਾ ਕਿ ਉਹ ਆਪਣੀ ਮਨਮਰਜ਼ੀ ਦੀ ਫਸਲ ਬਜਾਉਣਗੇ, ਔਰ ਉਹਦੇ ਨਾਲ ਜੋੜ ਕੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਤਾਂ ਲਿਆਂਦਾ ਗਿਆ ਕਿ ਜਿਹੜਾ 1955 ਤੋਂ ਲੈ ਕੇ ਕੈਪ ਸੀਗਾ ਸਟੋਰ ਕਰਨ ਦਾ ਜਾਂ ਇੱਕ ਉਹਦੀ ਪਾਈਲ ਅਪ ਕਰਨ ਦਾ, ਉਹ ਕੈਪ ਹਟਾ ਦਿੱਤਾ ਗਿਆ ਕਿ ਤੁਸੀਂ ਆਪਦੀ ਮਰਜ਼ੀ ਦੀ ਫਸਲ ਭਜਵਾਓ, ਆਪਦੀ ਮਰਜ਼ੀ ਦਾ ਰੇਟ ਲਾਓ, ਕੋਈ ਸਰਕਾਰ ਤੁਹਾਨੂੰ ਪੁੱਛੂਗੀ ਨਹੀਂ, ਕੋਈ ਰੂਰਲ ਡਿਵੈਲਪਮੈਂਟ ਫੰਡ ਨਹੀਂ ਮੰਗੂਗਾ, ਕੋਈ ਤੁਹਾਡੇ ਤੋਂ ਮਾਰਕੀਟ ਫੀਸ ਨਹੀਂ ਮੰਗੂਗਾ, ਔਰ ਆਪਣੀ ਮਰਜ਼ੀ ਨਾਲ ਸਟਾਕ ਕਰੋ, ਔਰ ਆਫਟਰ ਹੈਵਿੰਗ ਅ ਹਿਊਜ ਸਟਾਕ ਆਪਦੀ ਮਰਜ਼ੀ ਦੇ ਰੇਟਾਂ ਤੇ ਲੋਕਾਂ ਨੂੰ ਵੇਚੋ। ਔਰ ਇਹਦੇ 'ਚ ਤੁਸੀਂ ਅਗਰ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਵੈਲਿਊ ਐਡਿਡ ਚੇਨ ਪੜ੍ਹੋਗੇ ਨਾ, ਉਹਦੇ ਤੇ ਕਿਹਾ ਕਿ ਜਿਹੜਾ ਵੈਲਿਊ ਐਡਿਡ ਚੇਨ ਹੁੰਦੀ ਫਾਰਮਰ ਤੋਂ, ਪ੍ਰੋਡਿਊਸਰ ਤੋਂ ਲੈ ਕੇ ਪ੍ਰੋਸੈਸਰ, ਸਟੋਰ ਕੀਪਰ ਔਰ ਇੰਪੋਰਟਰ ਐਕਸਪੋਰਟਰ ਤੱਕ ਉਹਨਾਂ ਨੂੰ ਪੂਰੀ ਖੋਲ੍ਹਿਆ, ਕਿਉਂਕਿ ਤਿੰਨ ਚੀਜ਼ਾਂ ਇਹਨਾਂ ਨੇ ਉਹਦੇ 'ਚ ਦਿੱਤੀਆਂ ਹੋਈਆਂ ਕਿ ਜਦੋਂ ਜੰਗ ਲੱਗ ਜੂਗੀ ਉਦੋਂ ਸਰਕਾਰ ਇੰਟਰਫੇਅਰ ਕਰ ਸਕਦੀ ਹੈ, ਜਾਂ ਕੋਈ ਨੈਚੁਰਲ ਕੈਲਾਮਿਟੀ ਆ ਗਈ, ਜਾਂ ਰੇਟ ਪੈਰੀਸ਼ੇਬਲ ਔਰ ਨਾਨ ਪੈਰੀਸ਼ੇਬਲ ਦੇ ਰਿਸਪੈਕਟਿਵਲੀ ਦੁੱਗਣੇ ਜਾਂ ਡਿਉੜੇ ਹੋ ਜਾਣਗੇ। ਔਰ ਜਿਹੜੇ ਵੈਲਿਊ ਐਡਿਡ ਚੇਨ ਨਾਲ ਜੁੜੇ ਹੋਏ ਲੋਕ ਆ, ਉਹਨਾਂ ਤੇ ਇਹਨਾਂ ਤਿੰਨਾਂ ਸਰਕਮਸਟੈਂਸਸ ਦੇ ਵਿੱਚ ਵੀ ਕੋਈ ਕੈਪ, ਕੋਈ ਰਿਸਟ੍ਰਿਕਸ਼ਨ ਨਹੀਂ। ਵੀ ਤੁਸੀਂ ਇਹ ਸਾਰੀ ਲੜੀ ਨੂੰ ਜੋੜ ਕੇ ਦੇਖੋ ਕਿ ਆਲ these incidents happen all because of to give the benefit to the corporates, ਔਰ ਉਹ ਕਾਰਪੋਰੇਟ ਜਿਨ੍ਹਾਂ ਨੇ 5000 10,000 ਕਰੋੜ ਰੁਪਈਆ ਇਨਵੈਸਟ ਕਰਨਾ, ਕਿਉਂਕਿ ਕਈ ਲੋਕ ਹੱਲੇ ਇਸ ਵਹਿਮ 'ਚ ਨੇ ਜਿਹੜੇ 50 ਕਰੋੜ 100 ਕਰੋੜ ਰੁਪਈਆ ਲਾਉਣ ਦੀ ਕੈਪੈਸਿਟੀ ਰੱਖਦੇ ਆ ਨਾ, ਕਿ ਕੋਈ ਗੱਲ ਨਹੀਂ ਫਾਰਮ ਆਰਡੀਨੈਂਸਸ ਆ ਗਏ ਆ ਔਰ ਅਸੀਂ ਵੀ ਪੂਲਿੰਗ ਆਫ ਲੈਂਡ ਕਰਕੇ ਤੇ ਕੋਈ 50-100 ਕਰੋੜ ਇਨਵੈਸਟ ਕਰਕੇ ਤੇ ਵੀ ਵਿਲ ਬਿਕਮ ਪਾਰਟ ਆਫ ਦੈਟ ਰਿਜੀਮ। ਉਹਨਾਂ ਦੇ ਵੀ ਵਹਿਮ ਨਿਕਲ ਜਾਣੇ। ਇੱਥੇ ਸਿਰਫ ਜਿਹੜਾ ਲੋਕ ਕਹਿ ਰਹੇ ਨੇ ਕਿ ਅੰਬਾਨੀ, ਅਡਾਨੀ, ਵਾਲਮਾਰਟ ਜਾਂ ਕੋਈ ਯੂਨੀਵਰਸਲ ਲਿਵਰਸ ਵਾਲੇ, ਉਸ ਲੈਵਲ ਦੇ ਜਿਹੜੇ ਬੰਦੇ ਆ, MNCs ਕਹਿ ਲਓ ਵੱਡੇ ਪੱਧਰ ਦੀਆਂ, ਇਹ ਸਿਰਫ ਉਹਨਾਂ ਵਾਸਤੇ ਇੱਕ ਗਰਾਊਂਡ ਤਿਆਰ ਕੀਤੀ ਗਈ ਹੈ। ਸੋ ਤੁਹਾਡੇ ਸਵਾਲ ਦਾ ਸਿੱਧਾ ਜਵਾਬ ਇਹ ਹੈ ਕਿ ਕਿਸਾਨ ਜਿਹੜੇ ਹੈਗੇ ਉਹ ਇੰਨੇ ਇਨਸੈਂਸਿਟਿਵ ਨਹੀਂ ਹੈਗੇ ਕਿ ਉਹ ਪੰਜਾਬ 'ਚ ਕਹਿਣਗੇ ਕਿ ਸਾਡਾ ਕਰਕੇ ਸਾਰੇ ਲੋਕ ਹਨੇਰੇ 'ਚ ਮਰ ਜਾਣ, ਜਾਂ ਜਿਹੜਾ ਹੈਗਾ ਸਾਰਾ ਕਲਚਰ ਟਰਾਂਸਪੋਰਟੇਸ਼ਨ ਦਾ ਜਾਂ ਜਿਹੜਾ ਸਾਡੀ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਦਾ ਹੈਗਾ ਉਹ ਖਤਮ ਹੋ ਜਾਵੇ ਜੀ। ਸੋ ਮਤਲਬ ਉਹ ਬੜਾ ਪੋਜ਼ਿਟਿਵਲੀ ਲੱਗੇ ਹੋਏ ਔਰ ਆਪਦੀ ਐਗਜ਼ਿਸਟੈਂਸ ਦੀ ਲੜਾਈ ਲੜ ਰਹੇ ਆ। ਇਹ ਤਾਂ ਸਿਰਫ ਸਰਕਾਰਾਂ ਮੀਡੀਆ ਦੇ ਮਾਰਫਤ ਜਾਂ ਹੋਰ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਇਹ ਚੀਜ਼ ਸੁੱਟਣ ਦੇ ਯਤਨ ਕਰ ਰਹੀਆਂ ਕਿ ਜਿਹੜਾ ਇਹਨਾਂ ਨੂੰ ਬੈਕਅਪ ਮਿਲ ਰਿਹਾ। ਕਿਉਂਕਿ ਹੁਣ ਤੁਸੀਂ ਦੇਖੋ ਸਾਰਾ ਇੰਟੈਲੈਕਚੁਅਲ ਇੰਟੈਲੀਜੈਂਸੀਆ ਪੰਜਾਬ ਦਾ ਜਾਂ ਹਿੰਦੁਸਤਾਨ ਦਾ, ਅੱਜ ਮੇਧਾ ਪਾਟੇਕਰ ਜੀ ਆਏ ਹੋਏ ਸੀਗੇ ਮਾਨਸਾ ਔਰ ਸਿਰਸਾ, ਔਰ ਉਸ ਤੋਂ ਪਹਿਲਾਂ ਹੋਰ ਵੀ ਜਿਹੜੇ ਇੰਟੈਲੈਕਚੁਅਲਸ ਹੈਗੇ ਆ ਅਕਰੋਸ ਦਾ ਕੰਟਰੀ, ਉਹ ਸਾਰੇ ਆ ਰਹੇ ਆ। ਪੰਜਾਬ ਦਾ ਗਾਇਕ ਭਾਈਚਾਰਾ ਔਰ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਲੈਕਚਰਰ, ਸਾਡੇ ਹਮਪੇਸ਼ਾ ਵਕੀਲ ਭਰਾ ਔਰ ਡਾਕਟਰਸ, ਮੀਨ ਟੂ ਸੇ ਪੀਪਲ ਫਰੋਮ ਐਵਰੀ ਵਾਕ ਆਫ ਲਾਈਫ ਆਰ ਯੂਨਾਈਟਿੰਗ ਹੈਂਡਸ ਅਗੇਂਸਟ ਥੀਸ ਡਰਕੋਨੀਅਨ ਲਾਜ਼। ਸੋ ਉਹਨੂੰ ਕਾਊਂਟਰ ਔਰ ਕੇਟਰ ਕਰਨ ਵਾਸਤੇ ਜਿਹੜਾ ਹੈਗਾ ਸਰਕਾਰ ਇਹ ਦਿਖਾਉਣ ਦਾ ਯਤਨ ਕਰ ਰਹੀ ਹੈ ਕਿ ਇਹ ਜੀ ਆਵਾਮ ਵਿਰੋਧੀ ਨੇ, ਇਹਨਾਂ ਨੂੰ ਕੋਈ ਨਹੀਂ ਹੈਗਾ ਕਿ ਇੱਥੇ ਕੋਲੇ ਦੀ ਲੋੜ ਹੈ, ਇੱਥੇ ਐਸੈਂਸ਼ੀਅਲ ਕਮੋਡਿਟੀਜ਼ ਦੀ ਲੋੜ ਆ। ਕਿਸਾਨ ਜਥੇਬੰਦੀਆਂ ਡੈਫੀਨੇਟਲੀ ਜਿਹੜਾ ਹੈਗਾ ਕੋਆਪਰੇਟ ਕਰਨਗੀਆਂ, ਪਰ ਆਪਦਾ ਜਿਹੜਾ ਸੰਘਰਸ਼ ਆ ਉਹ ਟਿਲ ਦਾ ਐਂਡ ਜਿਹੜਾ ਹੈਗਾ ਲੜਿਆ ਜਾਊਗਾ। ਕਿਉਂਕਿ ਹੁਣ ਗੱਲ ਉਹ ਆ ਕਿ ਜਬ ਆਵ ਕੀ ਉਹਦਾ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ, ਕਿ ਜਬ ਇਹ ਵਾਣ ਲੱਗਿਓ ਤਬੇ ਰੋਸ ਜਾਗਿਓ। ਕਿ ਹੁਣ ਤੱਕ ਇਹ ਵੱਖੋ ਵੱਖਰੇ ਚੈਨਲਸ ਦੇ ਰਾਹੀਂ ਸਪਰੈਸ ਕਰਨ ਦੀ ਕੋਸ਼ਿਸ਼ ਕਰਦੇ ਰਿਹਾ। ਇਹ ਹੁਣ ਆਖਰੀ ਜਿਹੜਾ ਇੱਕ ਇੰਜੈਕਸ਼ਨ ਜ਼ਹਿਰ ਦਾ ਐਸਾ ਲਾਉਣ ਜਾ ਰਿਹਾ ਇਹਨਾਂ ਐਕਟਸ ਦੇ ਜ਼ਰੀਏ, ਜਿਹਦੇ ਨਾਲ ਕੱਲੀ ਖੇਤੀ ਨਹੀਂ,
ਸਾਰਾ ਹੀ, ਚਾਹੇ ਕੋਈ ਵਪਾਰਕ ਅਦਾਰਾ ਵਾ, ਚਾਹੇ ਕੋਈ ਮਜ਼ਦੂਰ ਆ। ਹੁਣ ਉਦਾਹਰਨ ਦੇ ਤੌਰ ਤੇ ਅਗਰ ਅਸੀਂ ਪੰਜਾਬ ਦੀ ਐਗਜ਼ਾਮਪਲ ਲਈਏ, 1850 ਦੇ ਕਰੀਬ ਮੰਡੀ ਹੈ, 36000 ਦੇ ਕਰੀਬ ਆੜ੍ਹਤੀ ਹੈ ਔਰ 3 ਲੱਖ ਦੇ ਕਰੀਬ ਲੇਬਰਰਸ ਹੈ ਔਰ 12000 ਕਰੋੜ ਦੀ ਪੰਜਾਬ ਮੰਡੀ ਬੋਰਡ ਦੀ ਪ੍ਰਾਪਰਟੀ ਹੈ ਔਰ 6000 ਪੰਜਾਬ ਮੰਡੀ ਬੋਰਡ ਦੇ ਮੁਲਾਜ਼ਮ ਨੇ। ਪੰਜਾਬ ਸਰਕਾਰ ਕੋਲੇ ਕਿਹੜਾ ਐਸਾ ਪਲਾਨ ਹੈਗਾ ਜਿਹੜਾ ਇਹਨਾਂ ਨੇ ਕੇਂਦਰ ਸਰਕਾਰ ਨੂੰ ਵਿਖਾਇਆ ਹੋਵੇ ਕਿ ਆਹ ਲੋਕ ਜਿਹੜੇ ਇਫੈਕਟ ਹੋਣੇ ਆ, ਇਹਨਾਂ ਨੂੰ ਅਸੀਂ ਕਿੱਥੇ ਐਡਜਸਟ ਕਰਾਂਗੇ? ਕੋਈ ਨਾ ਕੋਈ ਤਾਂ ਬਲੂਪ੍ਰਿੰਟ ਪਹਿਲਾਂ ਹੋਣਾ ਚਾਹੀਦਾ ਨਾ। ਸੋ ਮੀਨ ਟੂ ਸੇ ਆਲ ਦੋ ਸਟੇਟ ਗਵਰਨਮੈਂਟ ਔਰ ਦਾ ਸੈਂਟਰਲ ਗਵਰਨਮੈਂਟ ਬੋਥ ਆਰ ਹੈਂਡਸ ਇਨ ਗਲਵਜ਼। ਇਹਨਾਂ ਨੂੰ ਔਰ ਇਹ ਲੜਾਈ ਲੋਕਾਂ ਨੂੰ ਜਾਂ ਯੂਨੀਅਨਸ ਨੂੰ ਰਲ ਕੇ ਹੀ ਲੜਨੀ ਪੈਣੀ ਹੈ। ਅੱਛਾ ਸਿਮਰਨ ਜੀ, ਤੁਸੀਂ ਸੋਸ਼ਲ ਐਕਟਿਵਿਸਟ ਵੀ ਹੋ, ਕਿਸਾਨ ਜਥੇਬੰਦੀਆਂ ਦੇ ਨਾਲ ਹਰ ਵਰਗ ਜੁੜ ਰਿਹਾ, ਪਰ ਇਹ ਵੀ ਗੱਲ ਜਿਹੜੀ ਇਹ ਅਸੀਂ ਦੇਖ ਰਹੇ ਹਾਂ ਮੀਡੀਆ ਦੇ ਵਿੱਚ ਵੀ, ਸੋਸ਼ਲ ਮੀਡੀਆ ਦੇ ਉੱਤੇ ਵੀ, ਕਿ ਜਿਹੜੇ ਲੋਕ ਕਿਸਾਨ ਜਥੇਬੰਦੀਆਂ ਦੇ ਨਾਲ ਜੁੜ ਰਹੇ ਨੇ ਜਾਂ ਫਿਰ ਜੁੜਨਾ ਚਾਹੁੰਦੇ ਨੇ, ਉਹ ਅੱਗੇ ਹੋ ਕੇ ਲੜਨਾ ਚਾਹੁੰਦੇ ਨੇ, ਉਹ ਅੱਗੇ ਹੋ ਕੇ ਕਿਸਾਨ ਜਥੇਬੰਦੀਆਂ ਨੂੰ ਲੀਡ ਕਰਨਾ ਚਾਹੁੰਦੇ ਨੇ, ਨਾ ਕਿ ਉਹਨਾਂ ਦੇ ਨਾਲ ਤੁਰ ਕੇ ਜਾਂ ਫਿਰ ਉਹਨਾਂ ਦੇ ਪਿੱਛੇ ਲੱਗ ਕੇ ਇਸ ਮੂਵਮੈਂਟ ਦਾ ਹਿੱਸਾ ਬਣਨ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਜਿਹੜਾ ਇਹ ਤੌਖਲਾ ਹੈ ਸਹੀ ਹੈ ਜਾਂ ਫਿਰ ਗਲਤ ਹੈ, ਕਿ ਲੋਕ ਸਾਡੇ ਅੱਗੇ ਨਹੀਂ ਸਾਡੇ ਪਿੱਛੇ ਆ ਕੇ ਖੜਨ? ਨਹੀਂ, ਇਹੋ ਜੀ ਕੋਈ ਗੱਲ ਨਹੀਂ। ਦੇਖੋ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਇਹਨਾਂ ਦਾ ਜਿਹੜਾ ਸੰਘਰਸ਼ ਆ ਸਾਲਾਂ ਪੁਰਾਣਾ ਆ, ਠੀਕ ਹੈ, ਦਹਾਕਿਆਂ ਪੁਰਾਣਾ ਆ। ਉਹਨਾਂ ਨੇ ਜੇ ਅੱਜ ਪੰਜਾਬ ਦੀ ਕੰਡੀਸ਼ਨ ਕੰਪੈਰੀਟਿਵਲੀ, ਜੇ ਆਪਾਂ ਜਿੱਥੇ MSP ਮਿਲਦੀ ਆ ਜਿਹੜੀ ਮੰਡੀ ਦੇ ਵਿੱਚ ਆਪਾਂ ਨੂੰ 2 ਫਸਲਾਂ ਦੀ, ਬਾਕੀਆਂ ਦੀ ਵੀ ਹੈਗੀ ਆ ਬਟ ਜਿਨ੍ਹਾਂ ਦੀ ਮਿਲਦੀ ਆ, ਠੀਕ ਆ, ਉਹ ਇਸੇ ਕਰਕੇ ਮਿਲਦੀ ਆ ਜੇ ਪੰਜਾਬ ਤੇ ਹਰਿਆਣੇ ਦੀ ਕੰਡੀਸ਼ਨ, ਕਿਉਂਕਿ ਪੰਜਾਬ ਤੇ ਹਰਿਆਣੇ ਦੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਇਹਨਾਂ ਦੇ ਸੰਘਰਸ਼ ਜਿਹੜੇ ਹੈਗੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਬੜੇ ਸਟਰੋਂਗ ਰਹੇ ਨੇ। ਜਦੋਂ ਕਿਸੇ ਕਿਸਾਨ ਦੀ ਜਿਹੜੀ ਜ਼ਮੀਨ ਦੀ ਕੁਰਕੀ ਹੋਣ ਲੱਗਦੀ ਆ, ਉਹਨਾਂ ਨੇ ਜ਼ਮੀਨਾਂ ਤੱਕ ਬਚਾਈਆਂ ਨੇ, ਠੀਕ ਹੈ, ਉਹਨਾਂ ਨੂੰ ਇਸ ਚੀਜ਼ ਦਾ ਤਜਰਬਾ ਆ ਕਿ ਲੜਾਈ ਕਿਵੇਂ ਲੜਨੀ ਆ। ਸੋ ਮੈਨੂੰ ਲੱਗਦਾ ਕਿ ਸਾਡੇ ਵਰਗੇ ਯੂਥ ਦਾ ਹੌਸਲਾ ਤੇ ਉਹਨਾਂ ਦਾ ਜਿਹੜਾ ਤਜਰਬਾ ਆ, ਉਹ ਰਲ ਕੇ ਉਹੀ ਸਾਡੇ ਆਗੂ ਬਣਨ ਤਾਂ ਉਹ ਸਾਨੂੰ ਵਧੀਆ ਤਰੀਕੇ ਨਾਲ ਲੀਡ ਕਰਕੇ ਅਸੀਂ ਜਿਹੜਾ ਹੈਗਾ ਸੰਘਰਸ਼ ਜਿੱਤ ਸਕਦੇ ਆ, ਜੋ ਮੈਨੂੰ ਫੀਲ ਹੁੰਦਾ ਆ। ਪਰ ਠੀਕ ਹੈ, ਕਈ ਜਗ੍ਹਾ ਦੇ ਉੱਤੇ ਕਈ ਸਾਡੇ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਆ, ਕਿਉਂਕਿ ਕੁਛ ਕੁ ਜਿਹੜੀਆਂ ਜਥੇਬੰਦੀਆਂ ਦੇ 1-2 ਜੋ ਜਿਵੇਂ ਲੱਖੇਵਾਲ ਨੇ ਕੀਤਾ, ਉਹ ਮਾੜੇ ਐਕਸਪੀਰੀਅੰਸ ਕਰਕੇ ਨਹੀਂ ਟਰਸਟ ਕਰਦੇ, ਪਰ ਆਪਾਂ ਉਹਨਾਂ ਦੇ ਵਿੱਚ ਸਾਰਿਆਂ ਨੂੰ ਨਹੀਂ ਕਾਊਂਟ ਕਰ ਸਕਦੇ। ਜੇ ਲਾਈਕ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਂ ਜੋਗਿੰਦਰ ਸਿੰਘ ਗਰਾਹਾ ਦੀ ਬੜੀ ਵੱਡੀ ਮਤਲਬ ਫੈਨ ਲਾ ਲਓ, ਜਾਂ ਮੈਂ ਉਹਨਾਂ ਨੂੰ ਬੜਾ ਵਧੀਆ, ਮੈਂ ਉਹਨਾਂ ਦੀ ਜਿੰਨਾ ਕੁ ਮੈਂ ਉਹਨਾਂ ਨੂੰ ਸੁਣਦੀ ਹਾਂ ਜਾਂ ਸਮਝਦੀ ਹਾਂ, ਜੋ ਉਹਨਾਂ ਦਾ ਤੌਰ ਤਰੀਕਾ ਆ ਲੜਨ ਦਾ, ਠੀਕ ਆ, ਵਿਕਣ ਨੂੰ ਤਾਂ ਉਹ ਬੰਦਾ ਵੀ ਕਦੇ ਵਿਕ ਸਕਦਾ ਸੀ, ਠੀਕ ਹੈ। ਉਹਨਾਂ ਦੇ ਅੱਜ ਵੀ ਘਰ ਦੇਖੋ, ਉਹਨਾਂ ਦਾ ਨਾਰਮਲ ਜਿਵੇਂ ਆਮ ਪਿੰਡ ਵਿੱਚ ਜੱਟ ਦਾ ਘਰ ਹੁੰਦਾ ਉਹੋ ਜਿਹਾ ਘਰ ਆ, ਕੋਈ ਬਹੁਤ ਵੱਡੀ ਕੋਠੀ ਨਹੀਂ ਪਾਈ ਹੋਈ, ਠੀਕ ਆ, ਨਹੀਂ ਪ੍ਰਧਾਨ ਆ ਜਥੇਬੰਦੀ ਦਾ। ਜੇ ਵਿਕਣ ਵਾਲੇ ਹੁੰਦੇ ਤਾਂ ਉਹ ਪਤਾ ਨਹੀਂ ਕਦੋਂ ਦੇ ਵਿਕ ਜਾਂਦੇ। ਸੋ ਇਹੋ ਜਿਹੇ ਜੇ ਆਗੂ ਹੋਣਗੇ ਹੈਗੇ ਆ ਜਿਹੜੇ, ਤਾਂ ਉਹ ਅੱਗੇ ਲੱਗਣਗੇ, ਉਹਨਾਂ ਦਾ ਤਜਰਬਾ ਤੇ ਯੂਥ ਦਾ ਜਜ਼ਬਾ, ਅਸੀਂ ਸੰਘਰਸ਼ ਜਿੱਤ ਸਕਦੇ। ਤੇ ਜਿਹੜੇ ਵੀ ਮੈਨੂੰ ਨਹੀਂ ਲੱਗਦਾ ਵੀ ਯੂਥ ਇਹੋ ਜਿਹੀ ਗੱਲ ਸੋਚ ਰਿਹਾ, ਅਸੀਂ ਉਹਨਾਂ ਦੇ ਨਾਲ ਚੱਲ ਰਹੇ ਹਾਂ। ਜੇ ਇੱਕਾ ਦੁੱਕਾ ਕੋਈ ਉਲਟ ਚੱਲ ਵੀ ਰਿਹਾ ਆ ਵੀ ਹਾਂਜੀ ਇੱਦਾਂ ਆ, ਤਾਂ ਉਹ ਸ਼ਾਇਦ ਉਹਨਾਂ ਦੀ ਗਲਤਫਹਿਮੀਆਂ ਜਲਦੀ ਦੂਰ ਹੋ ਜੂਗੀ। ਜੀ ਅੱਛਾ, ਜਿਸ ਤਰੀਕੇ ਦੇ ਨਾਲ ਹੁਣ ਰਾਸ਼ਟਰਪਤੀ ਨੇ ਵੀ ਮੋਹਰ ਲਾ ਦਿੱਤੀ ਹੈ ਤੇ ਕਾਨੂੰਨ ਬਣ ਚੁੱਕਿਆ, ਚਲੋ ਹਜੇ ਲਾਗੂ ਨਹੀਂ ਹੋਇਆ, ਹਜੇ ਇਹਨੂੰ ਇੰਪਲੀਮੈਂਟ ਜ਼ਮੀਨੀ ਪੱਧਰ ਦੇ ਉੱਤੇ ਨਹੀਂ ਕੀਤਾ ਗਿਆ, ਕੀ ਕੋਈ ਇੱਦਾਂ ਦਾ ਰਸਤਾ ਹੈਗਾ? ਜਿੱਦਾਂ ਲੱਖੋਵਾਲ ਹੋਣੀ ਸੁਪਰੀਮ ਕੋਰਟ 'ਚ ਗਏ ਸੀ, ਪਟੀਸ਼ਨ ਪਾਈ ਸੀ, ਹਾਲਾਂਕਿ ਉਹਨਾਂ ਨੇ ਪਟੀਸ਼ਨ ਵਾਪਸ ਲੈ ਲਈ, ਕਿ ਸੁਪਰੀਮ ਕੋਰਟ ਦਾ ਰੁਖ ਕਰਕੇ ਰੋਕਿਆ ਜਾ ਸਕਦਾ ਇੰਪਲੀਮੈਂਟ ਹੋਣ ਤੋਂ? ਡੈਫੀਨੇਟਲੀ, ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਹੈ ਕਿ ਉਹ ਸਾਡੇ ਕੋਲੇ ਇੱਕ ਐਵੀਨਿਊ ਖੁੱਲ੍ਹਾ ਹੀ ਹੈ ਜੀ, ਬਟ ਅਲਟੀਮੇਟਲੀ ਜਿਹੜਾ ਫਿਜ਼ੀਕਲ ਸੰਘਰਸ਼ ਚੱਲ ਰਿਹਾ ਨਾ, ਉਹਦੇ ਲਈ ਇਹਦਾ ਬੈਟਰ ਤਰੀਕਾ ਕੀ ਹੈ ਕਿ ਜਿਵੇਂ ਹੁਣ ਇਹਨਾਂ 3 ਕਾਨੂੰਨਾਂ ਦੇ ਵਿੱਚ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਦਾ ਬਣਿਆ ਹੋਇਆ, ਉਹਦੇ 'ਚ ਹੁਣ ਸੋਧ ਕਰਨ ਜਾ ਰਹੇ ਜੀ। ਔਰ ਸਭ ਤੋਂ ਫਾਈਨੈਸਟ ਐਗਜ਼ਾਮਪਲ ਸੈਕਸ਼ਨ ਆਰਟੀਕਲ 370 ਜਿਹੜਾ ਇਹਨਾਂ ਨੇ ਐਬਰੋਗੇਟ ਕੀਤਾ। ਸਿੰਸ ਦਾ ਇਨੀਸ਼ੀਏਸ਼ਨ ਆਫ ਦਾ ਇੰਡੀਅਨ ਕਨਸਟੀਟਿਊਸ਼ਨ 1950 ਤੋਂ ਲੈ ਕੇ ਉਹ ਚੱਲਦਾ ਆ ਰਿਹਾ ਸੀਗਾ, ਤਾਂ ਉਹਦੇ 'ਚ ਔਰ ਉਹ ਕਨਸਟੀਟਿਊਸ਼ਨਲ ਅਮੈਂਡਮੈਂਟ ਆ, ਇੱਥੇ ਤੇ ਕੋਈ ਸੰਵਿਧਾਨ 'ਚ ਅਮੈਂਡਮੈਂਟ ਕਰਨ ਦੀ ਵੀ ਕੋਈ ਲੋੜ ਨਹੀਂ, ਪਾਰਲੀਮੈਂਟ ਦਾ ਇਹ ਨੇਚਰ ਦਾ ਕੰਮ ਹੈ। ਔਰ ਉਹ ਤਾਂ ਹੋਊਗਾ ਜੇਕਰ ਲੋਕਾਂ ਦਾ ਸੰਗਤ ਦਾ ਪ੍ਰੈਸ਼ਰ ਜਿਵੇਂ ਹੁਣ ਬਣਿਆ ਹੋਇਆ, ਉਹ ਇੱਕ ਸਿੱਧਾ ਤਰੀਕਾ ਹੈ। ਹੁਣ ਸੁਪਰੀਮ ਕੋਰਟ ਕੀ ਹੈ ਕਿ ਵੀ ਵਿਲ ਡਿਪੈਂਡ ਔਨ ਦਾ ਇਕੂਮਨ ਆਫ ਦਾ ਜਸਟਿਸ ਆਫ ਆਨਰੇਬਲ ਸੁਪਰੀਮ ਕੋਰਟ, ਕਿ ਉਹ ਇਹਨੂੰ ਕਿਸ ਢੰਗ ਨਾਲ ਲੈਂਦੇ ਆ। ਔਰ ਉਹਦੇ 'ਚ ਜਿਵੇਂ ਲੀਗਲ ਲਕੂਨਾਸ ਤੇ ਇਹਦੇ 'ਚ ਨੰਬਰ ਆਫ ਹੈਗੇ, ਜਿਵੇਂ ਕਿਹਾ ਕਿ ਪ੍ਰਾਈਮਾ ਫੇਸ਼ਾਈ ਅਨਕਨਸਟੀਟਿਊਸ਼ਨਲ ਆ, ਇਹਦਾ ਸਮਾਂ, ਇਹਦਾ ਤਰੀਕਾਕਾਰ, ਉਹ ਸਾਰਾ ਕੁਝ ਹੀ ਗਲਤ ਹੈ। ਔਰ ਇਹਦੀਆਂ ਜਿਹੜੀਆਂ ਕਲੌਜ਼ਸ ਆ ਉਹ ਵੀ ਟੋਟਲੀ ਐਂਟੀ ਫਾਰਮਰ ਨਹੀਂ, ਇਨ ਹਿਊਮਨ ਔਰ ਐਂਟੀ ਪੀਪਲ ਨੇ।
ਪਰ ਮੈਂ ਨਿੱਜੀ ਤੌਰ ਦੇ ਉੱਤੇ ਉਸ ਐਵੀਨਿਊ ਨੂੰ ਵਰਤਣ ਤੋਂ ਪਹਿਲਾਂ ਜਿਹੜਾ ਹੈਗਾ ਕਿ ਅਗਰ ਪਾਰਲੀਮੈਂਟ ਦੇ ਉੱਪਰ ਹੀ ਪ੍ਰੈਸ਼ਰ ਜਿਹੜਾ ਹੈਗਾ ਗਵਰਨਮੈਂਟ ਦੇ ਉੱਪਰ ਬੇਸਿਕਲੀ ਬਿਲਟ ਕੀਤਾ ਜਾਵੇ, ਕਿਉਂਕਿ ਅਗਰ ਅਸੀਂ ਇਹਨੂੰ ਸੁਪਰੀਮ ਕੋਰਟ 'ਚ ਚੈਲੰਜ ਕਰਦੇ ਹਾਂ ਉਹਦੇ 'ਚ ਤਾਂ ਜਿਹੜੀ ਡਿਵੀਜ਼ਨ ਆਫ ਵੋਟ ਵੀ ਨਹੀਂ ਕਰਵਾਈ ਗਈ, ਔਰ ਨੋਰਮਸ ਐਂਡ ਪ੍ਰਿੰਸੀਪਲ ਆਫ ਪਾਰਲੀਮੈਂਟ ਇਹ ਕਹਿੰਦੇ ਆ ਕਿ ਅਗਰ ਇੱਕ ਸਿੰਗਲ ਜਿਹੜਾ ਗ੍ਰਾਮ ਸਭਾ ਦਾ ਜਿਹੜਾ ਕਨਸੈਪਟ ਚੱਲ ਰਿਹਾ ਹੈ, ਆਮ ਆਦਮੀ ਪਾਰਟੀ ਨੇ ਪੰਜਾਬ 'ਚ ਚਲਾਇਆ ਹੋਇਆ ਹੈ ਕਿ ਗ੍ਰਾਮ ਸਭਾ ਮਤੇ ਪਾਉਣ, ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕੋਈ ਦਬਾਅ ਬਣਾ ਸਕਦਾ ਹੈ ਸਰਕਾਰ ਦੇ ਉੱਤੇ? 100% ਗ੍ਰਾਮ ਸਭਾ ਬੇਸਿਕਲੀ ਤਾਂ ਗ੍ਰਾਮ ਸਭਾ ਜਿਹੜਾ ਪੰਜਾਬ ਪੰਚਾਇਤੀ ਰਾਜ ਐਕਟ ਆ ਉਹਦਾ ਪਹਿਲਾ ਆਰਟੀਕਲ ਉਹ ਸ਼ੁਰੂ ਹੀ ਇੱਥੋਂ ਹੁੰਦਾ ਜੀ ਕਿ ਵਟ ਦਾ ਗ੍ਰਾਮ ਸਭਾ ਇਜ਼ ਹੂ ਵਿਲ ਸਮਨ ਦਾ ਸੈਸ਼ਨ ਆਫ ਦਾ ਗ੍ਰਾਮ ਸਭਾ, ਔਰ ਉਹਦੇ 'ਚ ਜਿਹੜੇ ਮਤੇ ਜਾਂ ਰੈਜ਼ੋਲੂਸ਼ਨ ਲਿਆਂਦੇ ਜਾਣਗੇ ਉਹਨਾਂ ਦੀ ਕੀ ਵਕਤ ਆ। ਉਹ ਆਪਦੇ ਪਿੰਡ ਦੇ ਵਿੱਚ ਮਤਲਬ ਉਹਨਾਂ ਦਾ ਪਾਏ ਹੋਏ ਮਤੇ ਨੂੰ ਪ੍ਰਧਾਨ ਮੰਤਰੀ ਵੀ ਨਹੀਂ ਬਦਲ ਸਕਦਾ, ਪਰ ਦੈਟ ਇਜ਼ ਓਨਲੀ ਇਨ ਕੰਸਰਨ ਆਫ ਦਾ ਵਿਲੇਜ। ਇੱਥੇ ਕੀ ਹੈ ਕਿ ਜੇ ਹੁਣ ਪੰਜਾਬ ਦਾ ਆਪਾਂ ਇਕੱਲੇ ਦਾ ਉਦਾਹਰਨ ਲਈਏ ਕਿ 12.5 ਪੌਣੇ 13,000 ਪਿੰਡਾਂ ਦੇ ਵਿੱਚੋਂ ਰੈਜ਼ੋਲੂਸ਼ਨ ਪੈ ਕੇ ਜਾਣਗੇ ਤਾਂ ਵੈਨ ਐਵਰ ਵੀ ਵਿਲ ਪੁੱਟ ਬਿਫੋਰ ਦਾ ਆਨਰੇਬਲ ਸੁਪਰੀਮ ਕੋਰਟ ਤਾਂ ਹੋਊਗਾ ਕਿ ਸਾਰਾ ਆਵਾਮ ਹੀ ਇਹਨਾਂ ਦੇ ਖਿਲਾਫ ਆ ਜੀ, ਤਾਂ ਉਹ ਇੱਕ ਦੈਟ ਵਿਲ ਇਕੋ ਬੈਕ ਕਿ ਇਹ ਲੋਕਾਂ ਨੂੰ ਜਿਹੜੇ ਡਰਕੋਨੀਅਨ ਲਾਜ਼ ਹੈਗੇ ਆ ਉਹ ਮਨਜ਼ੂਰ ਨਹੀਂ, ਔਰ ਕਨਸਟੀਟਿਊਸ਼ਨਲ ਜਿਹੜੀ ਐਂਟੀਟੀ ਹੈ ਸਭ ਤੋਂ ਛੋਟੀ ਬੇਸਿਕ ਸੰਵਿਧਾਨਕ ਇਕਾਈ ਪੰਚਾਇਤ ਆ ਜੀ, ਕਿ ਜਿਹੜਾ ਪੰਚ ਜਾਂ ਸਰਪੰਚ ਇਲੈਕਟਡ ਐਂਟੀਟੀ ਸਭ ਤੋਂ ਛੋਟੀ ਇਹ ਹੈ। ਉੱਥੋਂ ਜਦੋਂ ਗੱਲ ਸ਼ੁਰੂ ਹੋਗੀ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਉਹਦੇ ਨਾਲ ਬਹੁਤ ਜ਼ਿਆਦਾ ਵੇਟੇਜ ਜਿਹੜੀ ਹੈਗੀ ਸਾਨੂੰ ਮਿਲੂਗੀ। ਇਹ ਜਿਹੜਾ ਹੈਗਾ ਪ੍ਰਚਾਰ ਕਿ ਇਹ ਗ੍ਰਾਮ ਸਭਾਵਾਂ ਦੇ ਮਤਿਆਂ ਦੇ ਨਾਲ ਇਹ ਕਾਨੂੰਨ ਵਾਪਸ ਹੋ ਜਾਣਗੇ, ਉਹ ਜਸਟ ਇੱਕ ਫੇਸਬੁੱਕ ਔਰ ਵਟਸਐਪ ਜਿਵੇਂ ਅੱਜ ਕੱਲ੍ਹ ਫੇਸਬੁੱਕ ਯੂਨੀਵਰਸਿਟੀ ਕਹਿ ਦਿੰਦੇ ਆ, ਉਹਨਾਂ ਵੱਲੋਂ ਪ੍ਰਚਾਰਿਆ ਹੋਇਆ ਵਾ। ਅਦਰਵਾਈਜ਼ ਸੁਪਰੀਮ ਕੋਰਟ ਦੇ ਵਿੱਚ ਜਾਂ ਲੀਗਲ ਐਵੀਨਿਊਜ਼ ਜਦੋਂ ਅਸੀਂ ਵਰਤਾਂਗੇ ਉੱਥੇ ਇਹਦਾ ਜ਼ਰੂਰ ਸਾਨੂੰ ਫਾਇਦਾ ਮਿਲੂ। ਅੱਛਾ ਸਿਮਰਨ ਜੀ, ਜਿਸ ਤਰੀਕੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੜ੍ਹੇ ਲਿਖੇ ਲੋਕ ਆ ਰਹੇ ਨੇ, ਜਿੱਦਾਂ ਵਕੀਲ ਭਾਈਚਾਰੇ ਦੇ ਲੋਕ ਵੀ ਕਿਸਾਨਾਂ ਦਾ ਸਾਥ ਦੇ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਫਿਊਚਰ ਦੇ ਲਈ ਵੀ ਇੱਕ ਚੰਗੀ ਗੱਲ ਹੈ ਕਿ ਜੇਕਰ ਹੁਣ ਅਸੀਂ ਇੱਕ ਮੰਚ ਦੇ ਇਕੱਠੇ ਹੁੰਨੇ ਆ, ਤੇ ਦੂਸਰੀ ਗੱਲ ਇਹ ਕਿ ਜਦੋਂ ਇਸ ਮੰਚ ਦੇ ਉੱਤੋਂ ਵੱਖ-ਵੱਖ ਆਵਾਜ਼ਾਂ ਉੱਠਣ ਲੱਗ ਪੈਂਦੀਆਂ ਨੇ, ਜਿੱਦਾਂ ਪਿੱਛੇ ਜੇ ਗੱਲ ਚੱਲੀ ਸੀ ਕਿ ਇਕੱਲੀ MSP ਦੇ ਨਹੀਂ ਲੜਨਾ ਚਾਹੀਦਾ, ਹੋਰ ਵੀ ਬਹੁਤ ਸਾਰੇ ਮੁੱਦੇ ਨੇ, ਇਕੱਠੇ ਹੋ ਕੇ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ, ਸਾਰੇ ਮੁੱਦਿਆਂ ਦਾ ਹੱਲ ਲੈਣ ਦਾ ਸਮਾਂ ਹੈ ਹੁਣ। ਕੀ ਲੱਗਦਾ ਹੈ ਕਿ ਜਿਹੜਾ ਕਿਸਾਨ ਜਥੇਬੰਦੀਆਂ ਜਿਹੜੀਆਂ ਮੰਗਾਂ ਲੈ ਕੇ ਚੱਲ ਰਹੀਆਂ ਨੇ ਉਹ ਸਹੀ ਨੇ, ਜਾਂ ਫਿਰ ਦੂਸਰੇ ਪਾਸੇ ਜਿਹੜੇ ਬਾਕੀ ਵੀ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਉਹ ਵੀ ਸਹੀ ਸਮਾਂ ਹੈ ਇਸ ਵੇਲੇ? ਇਹ ਦੇਖੋ ਜੀ, ਪੰਜਾਬ ਦਾ ਯੂਥ ਪਹਿਲਾਂ ਤੋਂ ਹੀ ਅੱਕਿਆ ਹੋਇਆ ਆ ਜੀ, ਜੋ ਵੀ ਆਪਾਂ ਦੇਖੀਏ ਹੈ ਨਾ, ਚਾਹੇ ਅਨਇੰਪਲੋਇਮੈਂਟ ਨੂੰ ਲੈ ਲਓ ਜਾਂ ਸਾਰੀਆਂ ਚੀਜ਼ਾਂ ਨੂੰ। ਪਰ ਗੱਲ ਆ, ਮੈਂ ਇੱਥੇ ਇੱਕ ਐਗਜ਼ਾਮਪਲ ਕੋਟ ਕਰੂੰਗੀ ਜੋ ਮੈਂ ਸੋਚਦੀ ਹਾਂ ਕਿ ਜੇ ਸਾਡੇ ਘਰ 'ਚ ਅੱਗ ਲੱਗੀ ਆ ਤਾਂ ਪਹਿਲਾਂ ਅਸੀਂ ਅੱਗ ਬੁਝਾਵਾਂਗੇ, ਪਹਿਲਾਂ ਇਹ ਨਹੀਂ ਕਹਾਂਗੇ ਮੇਰਾ ਫਰਨੀਚਰ ਵੀ ਮਾੜਾ, ਮੇਰੇ ਘਰ ਨੂੰ ਪੇਂਟ ਵੀ ਹੋਣ ਵਾਲਾ, ਠੀਕ ਆ, ਜਾਂ ਮੇਰੇ ਬਾਥਰੂਮ ਦੀ ਪਾਈਪ ਟੁੱਟ ਗਈ ਆ, ਪਹਿਲਾਂ ਅਸੀਂ ਅੱਗ ਬੁਝਾਵਾਂਗੇ। ਸੋ ਇਸ ਸਮੇਂ ਅੱਗ ਲੱਗੀ ਹੋਈ ਆ ਸਾਡੇ ਘਰ ਦੇ ਵਿੱਚ, ਸਾਡੀ ਕਿਸਾਨੀ ਸਾਡੀ ਰੀੜ੍ਹ ਦੀ ਹੱਡੀ ਆ, ਠੀਕ ਹੈ। ਤਾਂ ਪਹਿਲਾਂ ਜਿਹੜੀ ਸਾਡੀ ਲੜਾਈ ਆ ਅਸੀਂ ਕਿਸਾਨੀ ਵਾਲੀ, ਕਿਉਂਕਿ ਲੜਾਈ ਇਕੱਲੀ ਕਿਸਾਨੀ ਦੀ ਨਹੀਂ ਗੀ, ਇਹ ਸਾਰੇ ਵਰਗਾਂ ਦੀ ਆ, ਪਰ ਇਹਨੂੰ ਕਿਸਾਨੀ ਦੀ ਲੜਾਈ ਕਹਿ ਕੇ ਆਪਾਂ ਜਿਵੇਂ ਚੱਲ ਰਹੇ ਹਾਂ ਤਾਂ ਪਹਿਲਾਂ ਸਾਨੂੰ ਉਹ ਲੜਾਈ ਜਿੱਤਣੀ ਚਾਹੀਦੀ ਹੈ। ਦੂਜੀ ਗੱਲ, ਗਲਤ ਫਹਿਮੀਆਂ ਪਾਈਆਂ ਜਾ ਰਹੀਆਂ ਕਿ ਉਹ ਕੱਲੀ MSP ਦੀ, ਕਿਉਂਕਿ ਜਦੋਂ ਗੱਲਾਂ ਹੋਈਆਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ, ਉਹ ਟੋਟਲ ਤਿੰਨੋਂ ਐਕਟਸ ਦੇ ਵਿਰੁੱਧ ਲੜ ਰਹੇ ਨੇ, ਉਹ ਕੱਲੀ MSP ਦੀ ਡਿਮਾਂਡ ਨਹੀਂ ਕਰ ਰਹੇ, ਇਹ ਕੱਲੀ MSP ਦੀ ਡਿਮਾਂਡ ਰੱਖ ਦਿੱਤੀ ਗਈ ਆ। ਉਹ ਕਹਿ ਰਹੇ ਆ ਕਿ ਅਸੀਂ ਤਿੰਨੋਂ ਜਿਹੜੇ ਹੈਗੇ ਆ ਇਹ ਲਾਅ ਬਣ ਗਏ ਨੇ ਜਿਹੜੇ, ਇਹ ਵਾਪਸ ਕਰਾਉਣੇ ਨੇ। ਸੋ ਇਹ ਉਹੋ ਜਿਹੀ ਗੱਲ ਨਹੀਂ ਹੈਗੀ, ਇਹ ਕੱਲੀ MSP ਦੀ ਲੜਾਈ ਨਹੀਂ। ਹਾਂਜੀ ਠੀਕ ਆ, ਪੰਜਾਬ ਦੇ ਸਾਡੇ ਹੋਰ ਮੁੱਦੇ ਹੈਗੇ ਨੇ, ਚਾਹੇ ਸਾਡੀ ਭਾਸ਼ਾ ਦਾ ਮੁੱਦਾ ਆ, ਪਰ ਇੱਕ ਟਾਈਮ ਦੇ ਵਿੱਚ ਇੱਕੋ ਜੰਗ ਲੜੀ ਜਾ ਸਕਦੀ ਆ। ਜਦੋਂ ਅਸੀਂ ਸਾਰੀਆਂ ਚੀਜ਼ਾਂ ਦੀ ਖਿਚੜੀ ਕਰ ਲੈਂਦੇ ਆ ਫਿਰ ਆਪਾਂ ਇੱਕ ਜੋਗੇ ਵੀ ਨਹੀਂ ਰਹਿੰਦੇ। ਸੋ ਜੋ ਮੇਰੀ ਸੋਚ ਆ, ਸੋ ਮੈਨੂੰ ਲੱਗਦਾ ਕਿ ਪਹਿਲਾਂ ਅਸੀਂ ਆਪਣੀਆਂ ਪੂਰੇ ਭਾਰਤ ਦਾ, ਕਿਉਂਕਿ ਸਾਨੂੰ ਸਾਥ ਚਾਹੀਦਾ ਆ, ਸੋ ਸਾਰਿਆਂ ਨੂੰ ਲੈ ਕੇ ਅਸੀਂ ਇਹ ਲੜਾਈ ਲੜ ਲਈਏ। ਬਾਕੀ MSP ਵਰਤਣ ਦਾ ਇੱਕ ਹੋਰ ਰੀਜ਼ਨ ਵੀ ਆ, MSP ਸਿਰਫ ਪੰਜਾਬ ਤੇ ਹਰਿਆਣਾ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਬੈਨੀਫਿਟ ਦਿੰਦੀ ਆ, ਬਾਕੀਆਂ ਨੂੰ ਇੱਕਾ ਦੁੱਕਾ ਹੈਗੀ ਆ 20% ਫਾਇਦਾ ਦਿੰਦੀ ਆ। ਸੋ MSP ਦੇ ਨਾਂ ਤੇ ਅਸੀਂ ਦੂਜੀਆਂ ਸਟੇਟਸ ਆ ਜਿਹੜੀਆਂ ਉਹਨਾਂ ਨੂੰ ਆਪਣੇ ਨਾਲ ਰਲਾ ਸਕਦੇ ਆ, ਉਹਨਾਂ ਦੀਆਂ ਕਿਸਾਨ ਯੂਨੀਅਨ। ਸੋ ਇਸ ਕਰਕੇ MSP ਨੂੰ ਪਹਿਲੇ ਨੰਬਰ ਤੇ ਦਿਖਾ ਰਹੇ ਨੇ ਵੀ MSP ਦੀ ਲੜਾਈ ਆ, MSP ਫਿਕਸ ਹੋ ਜਾਏ, ਬਟ ਗੱਲ ਇਹ ਕਿ ਜਥੇਬੰਦੀਆਂ ਦੀ ਲੜਾਈ ਤਿੰਨੋਂ ਕਾਨੂੰਨਾਂ ਦੇ ਖਿਲਾਫ ਆ। ਸੋ ਇਹ ਇਕੱਲੀ MSP ਦੀ ਲੜਾਈ ਨਹੀਂ ਹੈਗੀ। ਸੋ ਇਹ ਜਿਹੜੇ ਸਾਡੇ ਨਾਲ ਦੇ ਹੀ ਵਿੱਚ ਜਾਂ ਮਿਸਗਾਈਡ ਕੀਤਾ ਜਾ ਰਿਹਾ, ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਸੋ ਇਹ ਸਮਝਣ ਦੀ ਲੋੜ ਹੈ ਕਿ ਜਥੇਬੰਦੀਆਂ ਲੜਾਈ ਬੜੇ ਵਧੀਆ ਤਰੀਕੇ ਨਾਲ ਤਿੰਨੋਂ ਕਾਨੂੰਨਾਂ ਦੇ ਅਗੇਂਸਟ ਲੜ ਰਹੀਆਂ ਨੇ, ਨਾ ਕਿ ਇਕੱਲੀ MSP ਦੇ ਲਈ। ਮਨਿੰਦਰ ਜੀ, ਜਿਸ ਤਰੀਕੇ ਦੇ ਨਾਲ ਸਰਦਾਰਾ ਸਿੰਘ ਜੌਹਲ ਹੋਣਾ ਨੇ ਕੋਟ ਕੀਤਾ ਸੀ ਇਹਨਾਂ ਤਿੰਨਾਂ ਆਰਡੀਨੈਂਸਾਂ ਨੂੰ, ਕਈ ਮੁੱਦਿਆਂ ਦੇ ਉੱਤੇ ਉਹ ਇਹਨਾਂ ਆਰਡੀਨੈਂਸਾਂ ਦੇ ਪੱਖ ਦੇ ਵਿੱਚ ਦਿਖਾਈ ਦਿੱਤੇ, ਕਾਫੀ ਲੋਕਾਂ ਨੇ ਉਹਨਾਂ ਦਾ ਸਮਰਥਨ ਵੀ ਕੀਤਾ, ਬਹੁਤ ਸਾਰੇ ਲੋਕਾਂ ਨੇ ਵਿਰੋਧ ਵੀ ਕੀਤਾ। ਸਰਦਾਰਾ ਸਿੰਘ ਜੌਹਲ ਵਰਗਾ ਜਦੋਂ ਇੱਕ ਅਜਿਹਾ ਮਸ਼ਹੂਰ ਅਰਥ ਸ਼ਾਸਤਰੀ ਜਾਂ ਫਿਰ ਕਹਿ ਲਓ ਕਿ ਇੱਕ ਵਿਦਵਾਨ ਹਸਤੀ ਜਦੋਂ ਇਹਨਾਂ ਬਿੱਲਾਂ ਦਾ ਸਮਰਥਨ ਕਰਦੀ ਹੈ, ਤੇ ਕੀ ਸਾਨੂੰ
ਸਮਝਣਾ ਚਾਹੀਦਾ ਹੈ ਕਿ ਕੁਝ ਚੰਗੀ ਗੱਲ ਵੀ ਹੋਵੇਗੀ ਇਹਦੇ ਵਿੱਚ, ਕਿ ਇਦਾਂ ਤਾਂ ਨਹੀਂ ਕਿ ਅਸੀਂ ਦੇਖੋ ਦੇਖੀ ਵਿਰੋਧ ਹੀ ਕਰੀ ਜਾ ਰਹੇ ਹਾਂ, ਸਿਰਫ ਇਹੀ ਕਿ ਜੇ 50 ਬੰਦੇ ਵਿਰੋਧ ਕਰ ਰਹੇ ਨੇ ਤੇ ਅਸੀਂ ਵੀ ਵਿਰੋਧ ਕਰ ਲਈਏ, ਕਿ ਸਰਦਾਰਾ ਸਿੰਘ ਜੌਹਲ ਹੋਣਾ ਨੇ ਜਿਹੜੇ ਪੱਖ ਰੱਖੇ ਨੇ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਵਿਦ ਦਾ ਡਿਊ ਰਿਸਪੈਕਟ ਟੂ ਡਾਕਟਰ ਸਰਦਾਰਾ ਸਿੰਘ ਜੌਹਲ, ਮੈਂ ਉਹਨਾਂ ਦੇ ਸਾਹਮਣੇ ਸਾਡਾ ਗਿਆਨ ਵੀ ਬਹੁਤ ਊਣਾ ਵਾ, ਸਾਡੀ ਹਸਤੀ ਵੀ ਬਹੁਤ ਛੋਟੀ ਹੈ ਜੀ, ਪਰ ਉਹਨਾਂ ਵਰਗੇ ਉਸਤਾਦਾਂ ਤੋਂ ਪੜ੍ਹ ਕੇ ਅਸੀਂ ਇਹ ਗੱਲ ਸਿੱਖੀ ਹੈ ਕਿ ਸਹੀ ਨੂੰ ਸਹੀ ਕਹੋ, ਗਲਤ ਨੂੰ ਗਲਤ ਕਹੋ। ਔਰ ਮੈਂ ਬੜੀ ਵਿਦ ਦਾ ਡਿਊ ਰਿਸਪੌਂਸਿਬਿਲਟੀ ਇਹ ਗੱਲ ਕਹਿਣਾ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕਿਸਾਨ ਪੱਖੀ ਔਰ ਆਵਾਮ ਪੱਖੀ ਇੱਕ ਗੱਲ ਵੀ ਨਹੀਂ ਹੈਗੀ, ਕਿਉਂਕਿ ਜਿੱਥੇ ਇੱਕ ਗੱਲ ਕੋਈ ਚੰਗੀ ਲਿਖੀ ਵੀ ਆ ਤਾਂ ਉਹਦੇ ਨਾਲ ਹੀ ਪ੍ਰੋਵਾਈਜ਼ੋ, ਜਿਹੜੇ ਕਾਨੂੰਨ ਦੀ ਭਾਸ਼ਾ ਸਮਝਦਾ, ਥੱਲੇ ਪ੍ਰੋਵਾਈਡਡ ਲਿਖ ਕੇ ਉਹਨੂੰ ਕਾਊਂਟਰ ਤੇ ਕੇਟਰ ਕਰ ਦਿੱਤਾ ਗਿਆ ਵਾ। ਔਰ ਹੁਣ ਡਾਕਟਰ ਸਾਹਿਬ ਨੇ ਜਿਹੜੀਆਂ 4 ਗੱਲਾਂ ਮੋਟੇ ਤੌਰ ਤੇ ਉਹਨਾਂ ਨੇ ਕਹੀਆਂ। ਪਹਿਲੀ ਗੱਲ ਉਹਨਾਂ ਨੇ ਕਹੀ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਟਰਾਂਸਫਰ ਆਫ ਓਨਰਸ਼ਿਪ ਬਾਰੇ ਕੁਝ ਨਹੀਂ ਲਿਖਿਆ, ਵੀ ਕਿਸਾਨ ਯੂਨੀਅਨਾਂ ਜਿਹੜਾ ਕਹਿ ਰਹੀਆਂ ਕਿ ਇਹਨਾਂ ਨੇ ਓਨਰਸ਼ਿਪ ਮਲਕੀਅਤ ਹਥਿਆ ਲੈਣੀ ਹੈ ਜੀ। ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਜੀ ਸਾਨੂੰ ਨਾ ਰਿਟੇਲ ਮਾਰਕੀਟ ਤੇ ਕੰਮ ਕਰਨਾ ਚਾਹੀਦਾ ਔਰ ਉਹਦੇ ਤੇ ਕੰਮ ਨਹੀਂ ਹੋ ਰਿਹਾ, ਤੇ ਜਿਹੜੀ MSP ਹੈ ਉਹ ਤਾਂ ਪਹਿਲਾਂ ਹੀ 5-6% ਲੋਕਾਂ ਨੂੰ ਮਿਲ ਰਹੀ ਹੈ ਔਰ MSP ਦਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈਗਾ, ਫਰਕ ਨਹੀਂ ਪੈਣਾ। ਔਰ ਦੂਜਾ ਉਹ ਤਰਕ ਉਹਦੇ ਨਾਲ ਇਹ ਦੇ ਰਹੇ ਆ ਕਿ ਜਿਹੜਾ ਪ੍ਰੈਜ਼ੈਂਟ ਮਾਡਲ ਆ ਜੇ ਤਾਂ ਇਹ ਬਹੁਤ ਵਧੀਆ ਤੇ ਫਿਰ ਅਸੀਂ ਫੋਲੋ ਕਰੀਏ। ਮੈਂ 4 ਗੱਲਾਂ ਦਾ ਬਾਅਦ 'ਚ ਜਵਾਬ ਇਕੱਠਾ ਹੀ ਦੇਣਾ ਕਿ ਇਹਦੇ 'ਚ ਕਿਸਾਨ ਤਾਂ ਪਹਿਲਾਂ ਹੀ ਪਿਸ ਰਿਹਾ, ਕਿਸਾਨ ਤਾਂ ਪਹਿਲਾਂ ਹੀ ਬੜਾ ਪੀੜਤ ਪ੍ਰਤਾੜਿਤ ਆ। ਔਰ ਤੀਜੀ ਗੱਲ ਉਹਨਾਂ ਨੇ ਕਹੀ ਹੈ ਕਿ ਜਦੋਂ ਕਾਰਪੋਰੇਟ ਸਟੇਕ ਹੋਲਡਰ ਬਣ ਜਾਊਗਾ, ਕਿ ਤੁਸੀਂ ਕਾਰਪੋਰੇਟ ਦੇ ਮੈਨੇਜਰ ਹੋ, ਤੁਸੀਂ ਮੈਨੂੰ ਕਿਹਾ ਵੀ ਤੂੰ ਖਰਬੂਜੇ ਬੀਜ ਲਾ, ਆ ਰੇ ਸਪਰੇ ਪਾ ਦੇ, ਔਰ ਜਦੋਂ ਤੁਸੀਂ ਠੇਕੇਦਾਰ ਬਣ ਕੇ ਤਾਂ ਤੁਸੀਂ ਬੈਨੀਫੀਸ਼ਰੀ ਮੀਨ ਟੂ ਸੇ ਸਟੇਕ ਹੋਲਡਰ ਬਣ ਜਾਓਗੇ ਤਾਂ ਤੁਸੀਂ ਕਿੱਥੇ ਭੱਜ ਜਾਓਗੇ ਜੀ। ਔਰ ਚੌਥੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀਗੀ ਕਿ ਜਿਹੜੀ ਬੜੀ ਹਾਸੋਹੀਣੀ ਔਰ ਬਲੋ ਦਾ ਲਾਈਨ ਉਹਨਾਂ ਨੇ ਆਪਦਾ, ਉਹਨਾਂ ਦੀ ਬੌਧਿਕਤਾ ਨੂੰ ਸੂਟ ਨਹੀਂ ਕਰਦੀ। ਉਹਨਾਂ ਨੇ ਕਿਹਾ ਕਿ ਜਿਹੜਾ RDF ਰੂਰਲ ਡਿਵੈਲਪਮੈਂਟ ਫੰਡ ਔਰ ਮਾਰਕੀਟ ਫੀਸ ਆ ਉਹ ਤੇ ਸਰਕਾਰ ਨੇ ਲੈਣੀ ਹੁੰਦੀ ਆ, ਕਿਸਾਨਾਂ ਨੂੰ ਤਾਂ ਮਿਲਦੀ ਨਹੀਂ। ਅਸੀਂ ਉਹਨਾਂ ਦੇ ਬੱਚੇ ਆ, ਅਸੀਂ ਇਹ ਕਹਿੰਦੇ ਆ ਕਿ ਆ ਥਾਣੇ ਆ, ਕਚਹਿਰੀਆਂ ਆ, ਹਸਪੀਟਲ ਆ, ਸੜਕਾਂ, ਇਹ ਸਾਰੇ ਸਾਡੇ ਆ, ਸਾਡੇ ਟੈਕਸ 'ਚੋਂ ਬਣੇ ਆ। ਔਰ ਡਾਕਟਰ ਸਰਦਾਰਾ ਸਿੰਘ ਜੌਹਲ ਵਰਗਾ ਕੌਮਾਂਤਰੀ ਪੱਧਰ ਦਾ ਇੰਟਰਨੈਸ਼ਨਲ ਲੈਵਲ ਦਾ ਸਕਾਲਰ, ਅਰਥ ਸ਼ਾਸਤਰੀ, ਖੇਤੀ ਵਿਗਿਆਨੀ, ਸੈਂਟਰਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ, ਉਹ ਇਹ ਗੱਲ ਕਹਿ ਰਿਹਾ ਕਿ RDF ਤੇ ਮਾਰਕੀਟ ਕਮੇਟੀ ਫੀਸ ਦਾ ਤਾਂ ਕਿਸਾਨ ਨਾਲ ਕੋਈ ਕੰਸਰਨ ਨਹੀਂ, ਕਿਉਂਕਿ ਉਹ ਸਰਕਾਰ ਨੇ ਲੈਣੀ ਹੈ। ਔਰ ਸਰਕਾਰ, ਦੂਜਾ ਉਹਨਾਂ ਨੇ ਤਰਕ ਜਿਹੜਾ ਦਿੱਤਾ, ਦੇਖੋ ਕਿ ਸਰਕਾਰ 3 ਸਾਲ ਦਾ ਜਿਹੜਾ ਅਗਾਊਂ ਕਰਜ਼ਾ ਲੈ ਚੁੱਕੀ ਹੈ ਜੀ। ਹੁਣ ਜਿਹੜਾ 2020-21 ਦਾ RDF ਔਰ ਮਾਰਕੀਟ ਕਮੇਟੀ ਨੇ ਜਿਹੜਾ ਕਮਾਇਆ ਮਾਰਕੀਟ ਕਮੇਟੀ ਫੀਸ ਦੇ ਪੈਸੇ, ਉਹ ਸੀਗਾ ਆਲਮੋਸਟ 3626 ਕਰੋੜ ਰੁਪਏ। ਔਰ ਜਿਹੜਾ ਅਪਕਮਿੰਗ ਈਅਰ ਹੈਗਾ ਨੈਕਸਟ ਸੈਸ਼ਨ, ਉਹਦਾ ਹੈਗਾ 3800 ਕਰੋੜ ਰੁਪਏ। ਤੇ ਕਹਿਣ ਤੋਂ ਭਾਵ ਉਹ 10,000 ਕਰੋੜ ਰੁਪਈਆ 3 ਸਾਲਾਂ ਦਾ, ਜਿਹਦੇ ਤੇ ਕਿ ਪੰਜਾਬ ਸਰਕਾਰ ਆਲਰੇਡੀ ਕਰਜ਼ਾ ਲੈ ਚੁੱਕੀ ਹੈ। ਪਹਿਲੀ ਗੱਲ ਤਾਂ ਇਹ ਕਿੱਡਾ ਇਲੌਜੀਕਲ ਔਰ ਬੇਦਲੀਲ ਤਰਕ ਹੈਗਾ ਕਿ ਜੇ ਸਰਕਾਰ ਕਰਜ਼ਾ ਲੈ ਚੁੱਕੀ ਹੈ ਤੇ ਅਸੀਂ ਇਸ ਗੱਲ ਨੂੰ ਛੱਡ ਦਈਏ ਕਿ ਸਰਕਾਰ ਢੱਠੇ ਖੂਹ 'ਚ ਪਵੇ। ਸਰਕਾਰ ਨੇ ਕਰਜ਼ਾ ਕਿੱਥੋਂ ਮੋੜਨਾ ਹੈ? ਸਾਡੀਆਂ ਜੇਬਾਂ 'ਚੋਂ ਟੈਕਸ ਲੈ ਕੇ ਮੋੜਨਾ। ਔਰ ਦੂਜਾ ਜਿਹੜਾ ਉਹ ਕਹਿੰਦੇ ਕਿ ਓਨਰਸ਼ਿਪ ਟਰਾਂਸਫਰ ਦੀ ਗੱਲ, ਉਹ ਵਾਕਈ ਉਸ ਕਾਨੂੰਨ 'ਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਮਲਕੀਅਤ ਆ, ਬਕਾਇਦਾ ਸਗੋਂ ਇਹ ਗੱਲ ਲਿਖੀ ਹੈ ਕਿ ਮਲਕੀਅਤ ਜਿਹੜੀ ਹੈਗੀ ਉਹ ਕਿਸਾਨ ਕੋਲ ਹੀ ਰਹੂਗੀ। ਪਰ ਜਦੋਂ ਅਸੀਂ ਇਹਨੂੰ ਥੋਰੋਲੀ ਸਟੱਡੀ ਕਰਦੇ ਹਾਂ, ਜਾਂ ਵੈਨ ਯੂ ਵਿਲ ਰੀਡ ਬਿਟਵੀਨ ਦਾ ਲਾਈਨਸ, ਜਿਵੇਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਕਿ ਤਿੰਨਾਂ ਕਾਨੂੰਨਾਂ ਨੂੰ ਇਕੱਠੇ ਕਰਕੇ ਦੇਖੋ, ਇਹਨਾਂ ਦੀ ਇੰਪਲੀਮੈਂਟੇਸ਼ਨ ਦੇ ਨਾਲ ਖੇਤੀ ਨੂੰ ਉਸ ਮੁਹਾਜ਼ ਤੇ ਲਿਆ ਕੇ ਇਹਨਾਂ ਖੜੇ ਕਰ ਦੇਣਾ ਕਿ ਕਿਸਾਨਾਂ ਨੇ ਹੱਥ ਜੋੜ ਕੇ ਆਪਣੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਕਾਰਪੋਰੇਟਸ ਨੂੰ ਦੇਣੀਆਂ ਵਾ। ਜਦੋਂ ਅਸੀਂ ਵੋਲੰਟਰਲੀ ਵਿਲਿੰਗਲੀ ਆਪਦੀ ਕੰਸੈਂਟ ਦੇ ਦਾਂਗੇ ਕਿ ਲਓ ਜੀ ਅਡਾਨੀ ਸਾਹਿਬ ਤੁਸੀਂ ਸਾਡੀ ਜ਼ਮੀਨ ਖਰੀਦ ਲਓ, ਤਾਂ ਦੈਨ ਉਹ ਤਰਕ ਜਿਹੜਾ ਹੈਗਾ ਜਾਂ ਉਹਦੇ 'ਚ ਜੇ ਲਿਖਿਆ ਉਹ ਦੈਟ ਵਿਲ ਬੀ ਇਰਰੈਲੇਵੈਂਟ। ਔਰ ਤੀਸਰਾ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਇਹਦੇ ਵਿੱਚ ਇਹ ਗੱਲ ਲਿਖੀ ਆ ਕਿ ਜਿਹੜਾ ਸਟਰਕਚਰ ਆ ਜੀ, ਉਹ ਕਾਰਪੋਰੇਟ ਸਾਡੀ ਕੰਸੈਂਟ ਤੋਂ ਬਿਨਾਂ ਖੜਾ ਨਹੀਂ ਕਰ ਸਕਦਾ, ਤੇ ਜਾਂ ਤਾਂ ਉਹਨੂੰ ਰੀਸਟੋਰ ਕਰਕੇ ਦੇ ਕੇ ਜਾਊਗਾ ਸਾਨੂੰ ਜ਼ਮੀਨ। ਉਦਾਹਰਨ ਦੇ ਤੌਰ ਤੇ ਮੰਨ ਲਓ ਮੇਰੀ ਆ 1 ਏਕੜ ਜ਼ਮੀਨ ਹੈ, ਮਤਲਬ ਜਾਂ ਤਾਂ ਜੌਹਲ ਸਾਹਿਬ ਨੇ ਆਪ ਖੇਤੀ ਕੀਤੀ ਨਹੀਂ, ਜਾਂ ਉਹਨਾਂ ਨੇ ਇਸ ਗੱਲ ਨੂੰ ਵਿਚਾਰਿਆ ਨਹੀਂ। ਅਸੀਂ ਕਿਸਾਨਾਂ ਦੇ ਪੁੱਤ ਹਾਂ, ਪਿੰਡਾਂ 'ਚ ਜੰਮੇ ਪਲੇ ਹਾਂ, ਔਰ ਸਾਨੂੰ ਮਤਲਬ ਬਹੁਤੇ ਲੋਕ ਤਾਂ ਉਹੋ ਜਿਹੇ ਸੁਜੈਸਟ ਕਰ ਰਹੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਆਲੂ ਜ਼ਮੀਨ ਦੇ ਥੱਲੇ ਲੱਗਦੇ ਆ ਤੇ ਕਣਕ ਨੂੰ ਜਿਹੜਾ ਸਿੱਟਾ ਲੱਗਦਾ ਤੇ ਝੋਨੇ ਨੂੰ ਮੁੰਜਰ ਲੱਗਦੀ ਹੈ। ਉਹ ਵੀ ਇੱਥੇ ਵਿਗਿਆਨੀ ਬਣ ਕੇ ਸਾਨੂੰ, ਆਮ ਨਾਟ ਟਾਕਿੰਗ ਅਬਾਊਟ ਡਾਕਟਰ ਜੌਹਲ, ਜਿਹੜੇ ਹੋਰ ਲੋਕ ਇਸ ਕਿਸਮ ਦੇ ਕੱਚ ਘਰੜ ਗਿਆਨ ਵਾਲੇ ਆ ਜੀ। ਮੰਨ ਲਓ ਮੇਰੀ 1 ਏਕੜ ਜਾਂ 2 ਏਕੜ ਜਾਂ 5 ਏਕੜ ਜ਼ਮੀਨ ਹੈ, ਉਹਦੇ ਉੱਪਰ ਕੋਈ ਇਸ ਤਰ੍ਹਾਂ ਦਾ ਸਟਰਕਚਰ ਖੜਾ ਕਰਤਾ, ਕੋਈ ਕੈਟਲ ਸ਼ੈੱਡ ਬਣਾਤਾ, ਕਿਉਂਕਿ ਜਿਹੜੀ ਫਾਰਮਰ ਦੀ ਡੈਫੀਨੇਸ਼ਨ ਹੈ, ਇੱਕ ਤਾਂ ਉਹਦੇ 'ਚ ਪ੍ਰੋਸੈਸਰ ਨੂੰ ਵੀ ਫਾਰਮਰ ਹੀ ਕਿਹਾ ਗਿਆ ਵਾ, ਔਰ ਦੂਸਰਾ ਜਿਹੜੀ ਫਾਰਮਰ ਪ੍ਰੋਡਿਊਸ ਆ ਉਹਦੇ ਵਿੱਚ ਜਿਹੜਾ ਲਾਈਵ ਸਟਾਕ ਹੈ। ਹੁਣ ਲਾਈਵ ਸਟਾਕ 'ਚ ਕੀ ਆ? ਡੰਗਰ, ਵੱਛਾ, ਭੇਡਾਂ, ਬੱਕਰੀਆਂ, ਸੂਰ, ਔਰ ਉਹਦੇ 'ਚ ਸ਼ਬਦ ਵਰਤਿਆ ਬਕਾਇਦਾ ਗੋਟਰੀ, ਪਿਗਰੀ। ਔਰ ਅਗਰ ਦੇਖੋ ਉਹਨਾਂ ਨੇ ਸੂਰ ਰੱਖਣੇ, ਮੱਝਾਂ ਰੱਖਣੀਆਂ, ਗਾਵਾਂ ਰੱਖਣੀਆਂ, ਜਾਂ 5000 ਏਕੜ ਦਾ ਫਾਰਮ ਬਣਾਉਣਾ, ਤਾਂ ਆਪਾਂ ਜੇ ਸਾਡੇ ਘਰੇ 1 ਟਰੈਕਟਰ, 1 ਤੂੜੀ ਵਾਲੀ ਮਸ਼ੀਨ, ਹੱਲਾਂ ਸੁਹਾਗਾ ਕਰਾਇਆ ਹੁੰਦਾ ਤੇ 100 ਬੁਰਾ ਅਸੀਂ ਖਾਦ ਦਾ ਰੱਖਣਾ, ਤਾਂ ਇੱਕ ਛੋਟਾ ਜਿਹਾ ਸ਼ੈੱਡ ਪਾਉਂਦੇ ਆ ਜੀ। ਸੋ ਬਟ ਓਬਵੀਅਸ ਉਹਨਾਂ ਨੇ ਤੁਹਾਡੀਆਂ ਜ਼ਮੀਨਾਂ ਦੇ ਉੱਪਰ ਕੰਸਟਰਕਸ਼ਨ ਵੀ ਕਰਨੀ ਹੈ, ਔਰ ਇਸੇ ਐਕਟ ਦੇ ਵਿੱਚ ਹੀ ਲਿਖਿਆ ਵਾ ਕਿ ਉਹ ਕੰਸਟਰਕਸ਼ਨ ਆਪਦਾ ਜਿਹੜਾ ਉਹ ਕੰਸਟਰਕਟਡ ਮਲਬਾ ਹੈਗਾ ਉਹ ਪੱਟ ਕੇ ਲੈ ਜਾਣਗੇ ਤੇ ਜ਼ਮੀਨ ਤੁਹਾਨੂੰ ਐਜ਼ ਇਟ ਇਜ਼ ਰੀਸਟੋਰ ਕਰਕੇ ਦੇਣਗੇ, ਜਿਹੜੀ ਕੰਡੀਸ਼ਨ 'ਚ ਉਹਨਾਂ ਨੇ ਲਈ ਸੀ। ਪਰ ਨਾਲ ਹੀ ਉਹਦੇ ਥੱਲੇ ਲਿਖਿਆ ਕਿ ਇਟਸ ਪ੍ਰੋਵਾਈਡਡ
ਕਿ ਇਫ ਦੇ ਵਿਲ ਨਾਟ ਅਪਰੂਟ ਦੈਟ ਕੰਸਟਰਕਟਡ ਮਟੀਰੀਅਲ ਦੈਨ ਉਹ ਤੁਹਾਨੂੰ ਸੌਂਪ ਜਾਣਗੇ। ਤੇ ਮੇਰੇ 5 ਕਿੱਲਿਆਂ ਦੇ ਉੱਪਰ ਕੈਟਲ ਸ਼ੈੱਡ ਬਣਾਤਾ ਜਾਂ ਕੋਈ ਹੋਰ ਯਾਰਡ ਬਣਾਤਾ ਔਰ ਜਾਣ ਲੱਗੇ ਮੈਨੂੰ ਕਹਿ ਦੇਣ ਮੇਰੇ ਗਲ ਮੜ ਜਾਣ, ਮੇਰੀ ਕੰਸੈਂਟ ਤੋਂ ਬਿਨਾਂ ਬਲੋ ਜੀ ਇਹ ਤੁਹਾਨੂੰ ਸੌਂਪਤਾ ਕਿਉਂਕਿ ਇਹ 50 ਲੱਖ ਰੁਪਏ ਦਾ ਜਾਂ 20 ਲੱਖ ਰੁਪਏ ਦਾ ਬਣਿਆ। ਹੁਣ ਜਦੋਂ ਮੇਰੀ ਕੰਸੈਂਟ ਹੀ ਨਹੀਂ ਹੈਗੀ ਕਿ ਮੈਂ ਮੇਰੀ ਜ਼ਮੀਨ ਦੇ ਉੱਪਰ ਕੰਸਟਰਕਸ਼ਨ ਨਹੀਂ ਕਰਾਉਣੀ, ਮੇਰੇ ਕੋਲੇ 1 ਏਕੜ ਆ, ਮੇਰੇ ਕੋਲੇ 2 ਏਕੜ ਆ, ਮੈਂ ਖੁਸ਼ ਹਾਂ, ਤਾਂ ਇਹ ਵੀ ਉਹਨਾਂ ਦਾ ਤਰਕ ਜਿਹੜਾ ਬਿਲਕੁਲ ਬੇਦਲੀਲ ਔਰ ਇਲੌਜੀਕਲ ਹੈਗਾ ਕਿ ਸਾਡੀ ਕੰਸੈਂਟ ਤੋਂ ਬਿਨਾਂ ਕਿਸੇ ਦੀ ਕੀ ਜ਼ਰੂਰਤ ਹੈ ਕਿ ਉੱਥੇ ਜਿਹੜਾ ਹੈਗਾ ਕੰਸਟਰਕਸ਼ਨ ਕਰੇ ਔਰ ਮੁੜ ਕੇ ਆਪਣੀ ਮਰਜ਼ੀ ਨਾਲ ਸਾਡੇ ਗਲ ਮੜ ਕੇ ਚਲਾ ਜਾਵੇ। ਔਰ ਜਿਹੜੀ ਰਿਟੇਲ ਮਾਰਕੀਟ ਦੀ ਉਹਨਾਂ ਨੇ ਗੱਲ ਕੀਤੀ ਔਰ MSP ਦੀ ਮੈਂ ਇਹਨਾਂ ਦੀ ਗੱਲ ਨੂੰ ਵੀ ਅੱਗੇ ਐਕਸਟੈਂਡ ਕਰੂੰਗਾ ਕਿ MSP ਸਿਰਫ ਜੀ 6% ਲੋਕਾਂ ਨੂੰ ਮਿਲ ਰਹੀ ਆ ਜਾਂ ਜਿਹੜਾ ਮੌਜੂਦਾ ਢਾਂਚਾ, ਇਹ ਬਿਲਕੁਲ ਤਰਕਹੀਨ ਗੱਲ ਆ ਕਿ ਇਹਦਾ ਮਤਲਬ ਤੇ ਹੈ ਕਿ ਜਿਵੇਂ ਸਾਡੇ ਇਲਾਕੇ 'ਚ ਨਾ ਇੱਕ ਬੜਾ ਹੁਣ ਨਵਾਂ ਨੈਰੇਟਿਵ ਜਾਂ ਟ੍ਰੈਂਡ ਚੱਲਿਆ ਹੋਇਆ ਕਿ ਕਿਸੇ ਦਾ ਮੁੰਡਾ ਜੇ ਚਿੱਟਾ ਪੀਂਦਾ ਜਾਂ ਸਮੈਕ ਪੀਂਦਾ ਤਾਂ ਜੇ ਉਹ ਘਰੋਂ ਥੋੜਾ ਜਿਹਾ ਸਹਿੰਦੇ ਆ ਉਹ ਕਹਿੰਦੇ ਪੁੱਤਰ ਤੂੰ ਸਮੈਕ ਨਾ ਪੀ ਤੇ ਫੀਮ ਖਾ ਲਿਆ ਕਰ। ਇਹ ਬਿਲਕੁਲ ਉਸੇ ਤਰ੍ਹਾਂ ਦਾ ਵਰਤਾਰਾ ਆ ਕਿ ਕਿਸਾਨ ਜੀ ਬਹੁਤ ਪ੍ਰਤਾੜਿਤ ਆ, ਬਹੁਤ ਪੀੜਤ ਆ, ਬਹੁਤ ਉਹਦੀ ਵਿਕਟਮਾਈਜੇਸ਼ਨ ਹੋ ਰਹੀ ਆ, ਉਹਦੇ ਤੇ ਕਰਜ਼ਾ ਬਹੁਤ ਚੜਿਆ, ਉਹ ਤੋਂ ਆਪਦੀਆਂ ਲਿਮਟਾਂ ਨਹੀਂ ਉਤਰ ਰਹੀਆਂ, ਉਹ ਜ਼ਮੀਨ ਨੂੰ ਵੇਚ ਰਿਹਾ ਵਾ। ਪਰ ਇਹਦੇ 'ਚ ਜਿਹੜਾ ਇਮੋਸ਼ਨਲ ਫੈਕਟਰ ਹੈ ਨਾ, ਜਿਹੜਾ ਜਜ਼ਬਾਤੀ ਪੱਖ ਆ, ਕਿਸਾਨੀ ਇਹ ਇਕੱਲਾ ਪ੍ਰੋਫੈਸ਼ਨ ਜਾਂ ਕਿੱਤਾ ਨਹੀਂ ਗਾ, ਸਾਡਾ ਕਰਮ ਆ ਔਰ ਉਹਨੂੰ ਤੁਸੀਂ ਵੱਖ ਕਰਕੇ ਨਹੀਂ ਵੇਖ ਸਕਦੇ ਕਿਉਂਕਿ ਅੱਜ ਕੱਲ੍ਹ ਮਾਡਲ ਹੀ ਹੋ ਗਿਆ ਨਾ, ਅਸੀਂ ਵੈਲਫੇਅਰ ਸਟੇਟ 'ਚ ਰਹਿੰਦੇ ਹਾਂ। ਬੇਸਿਕਲੀ ਤਾਂ ਵਾਟ ਐਵਰ ਲਾਅ ਹੈਵ ਟੂ ਮੈਂਟ ਬਾਏ ਦਾ ਪਾਰਲੀਮੈਂਟ ਔਰ ਦਾ ਅਸੈਂਬਲੀ ਦੈਟ ਮਸਟ ਬੀ ਔਨ ਦਾ ਹਿਊਮਨਟੇਰੀਅਨ ਗਰਾਊਂਡ। ਔਰ ਇਹਦੇ ਵਿੱਚੋਂ ਇਹਨਾਂ ਨੇ ਇਹ ਕੀ ਆ, ਇਹੋ ਜਿਹੀਆਂ ਬਿਲਡਿੰਗਾਂ ਨੂੰ ਜਾਂ ਸੜਕਾਂ ਨੂੰ ਜਾਂ ਪੁਲਾਂ ਨੂੰ ਵੀ ਅਸੀਂ ਜਿਹੜਾ ਹੈਗਾ ਵੈਲਫੇਅਰ ਸਮਝ ਲਿਆ। ਸੋ ਉਸ ਜਿਹੜਾ ਹਿਊਮਨਟੇਰੀਅਨ ਆਸਪੈਕਟ ਹੈ ਉਹਨੂੰ ਕੱਢ ਕੇ ਇਹ ਸਾਰੇ ਲੋਕ ਦੇਖ ਰਹੇ ਆ ਕਿ MSP ਦਾ ਸਿਰਫ ਥੋੜੇ ਜਿਹੇ ਲੋਕ ਇੰਜੋਏ ਕਰ ਰਹੇ ਆ ਔਰ ਬਾਕੀ ਜਿਹੜਾ ਹੈਗਾ ਕਿਸਾਨ ਬੜਾ ਪੀੜਤ ਆ, ਇਸ ਕਰਕੇ ਇੱਕ ਨਵਾਂ ਢਾਂਚਾ ਲੈ ਆਓ। ਉਹ ਮੇਰੇ ਨਾਲ ਪਿੱਛੇ ਜੇ ਇੱਕ ਡਿਬੇਟ ਕਿਸੇ ਚੈਨਲ ਤੇ ਮੇਰੇ ਹਮ ਪਿੱਛੇ ਸੀ, ਉਹਨਾਂ ਨੇ ਕੀਤੀ, ਕਹਿੰਦੇ ਕਿਸਾਨ ਯੂਨੀਅਨ ਇਸ ਤਰ੍ਹਾਂ ਕੰਮ ਕਰਦੀਆਂ ਕਿ ਜਿਵੇਂ ਗਿੱਟੇ ਤੇ ਸੱਟ ਲੱਗੀ ਆ ਤੇ ਮੋਢੇ ਦਾ ਇਲਾਜ ਕਰ ਰਿਹਾ। ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਜੇ ਗਿੱਟੇ ਤੇ ਸੱਟ ਲੱਗੀ ਆ ਤਾਂ ਮਤਲਬ ਇਹ ਨਹੀਂ ਕਿ ਲੱਤ ਗੋਡੇ ਕੋਲੋਂ ਵੱਢ ਕੇ ਸੁੱਟ ਦਿਓ। ਤੇ ਜੇ ਕਿਸਾਨ ਪੀੜਤ ਆ ਤਾਂ ਬੇਸਿਕਲੀ ਇਟਸ ਡਿਊਟੀ ਆਫ ਦਾ ਗਵਰਨਮੈਂਟ। ਜਦੋਂ ਅਸੀਂ ਡੈਮੋਕ੍ਰੈਟਿਕ ਵੈਲਫੇਅਰ ਸੈਟਅਪ 'ਚ ਰਹਿੰਦੇ ਆ ਤਾਂ ਗਵਰਨਮੈਂਟ ਆਪ ਕਿਉਂ ਨਹੀਂ ਕਿਸਾਨਾਂ ਦੀ ਬੈਟਰਮੈਂਟ ਵਾਸਤੇ ਕੰਮ ਕਰਦੀ, ਕਿਸਾਨਾਂ ਦੇ ਵੈਲਫੇਅਰ ਵਾਸਤੇ ਕੰਮ ਕਰਦੀ? ਜਦੋਂ ਸਾਡੇ ਕੋਲੇ ਸਰਕਾਰੀ ਮੰਡੀਆਂ ਦਾ ਢਾਂਚਾ ਹੈਗਾ ਤਾਂ ਉਹਨਾਂ ਨੂੰ ਉਜਾੜ ਕੇ ਪ੍ਰਾਈਵੇਟ ਮੰਡੀ ਦੀ ਖੁੱਲ੍ਹ ਕਿਉਂ ਦੇ ਰਹੇ ਆ? ਕਿਉਂਕਿ ਕਾਰਨ ਇਹ ਕਿ ਜਦੋਂ ਸਰਕਾਰੀ ਢਾਂਚਾ ਖਤਮ ਹੋ ਜਾਊਗਾ ਤਾਂ ਵੀ ਵਿਲ ਬੀ ਟੋਟਲੀ ਡਿਪੈਂਡ ਔਨ ਦਾ ਮਰਸੀ ਆਫ ਦਾ ਕਾਰਪੋਰੇਟਸ। ਫਿਰ ਭਾਵੇਂ ਅਗਲਾ ਸਾਨੂੰ 500 ਰੇਟ ਦੇਵੇ, 1000 ਦੇਵੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਸਮੁੱਚ ਦੇ ਰੂਪ 'ਚ ਸਾਨੂੰ ਦੇਖਣਾ ਪਊਗਾ, ਫਿਰ ਗੱਲ ਅੱਗੇ ਚੱਲਣੀ। ਔਰ ਜਿਹੜੀ ਗੱਲ ਇਹਨਾਂ ਨੂੰ ਤੁਸੀਂ ਸਵਾਲ ਕੀਤਾ ਸੀਗਾ ਕਿ ਸਾਡੀਆਂ ਹੋਰ ਜਿਹੜੀਆਂ ਮੰਗਾਂ ਨੇ, ਹੁਣ ਪਾਣੀਆਂ ਦੇ ਮਸਲੇ ਵੀ ਨੇ, ਪਰ ਇੱਥੇ ਜਿਵੇਂ ਇੱਕ ਨੇਸ਼ਨ ਵਾਈਡ ਜਿਹੜੀ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਔਰ MSP ਦਾ ਕੋਈ ਤਾਲੁਕ ਨਹੀਂ ਹੈਗਾ ਕਿਉਂਕਿ ਪਹਿਲਾ ਜਿਹੜਾ ਟੇਕ ਸੀਗਾ ਸਰਕਾਰ ਦਾ ਜਾਂ ਮਿਸਟਰ ਤੋਮਰ ਦਾ ਜਾਂ ਹੋਰ ਜਿਹੜੇ ਹਰਿਆਣਾ ਦੇ BJP ਸਪੋਰਟਡ ਬੰਦੇ ਆ ਕਿ MSP ਖਤਮ ਨਹੀਂ ਹੋਗੀ। ਔਰ ਪ੍ਰਧਾਨ ਮੰਤਰੀ ਸਾਡੇ ਇੰਨੇ ਕੁ ਝੂਠੇ, ਔਰ ਡਾਕਟਰ ਜੌਲ ਨੇ ਇੱਕ ਹੋਰ ਬੜੀ ਹਾਸੋਹੀਣੀ ਗੱਲ ਕੀਤੀ, ਉਹ ਕਹਿੰਦੇ ਪ੍ਰਧਾਨ ਮੰਤਰੀ 2 ਵਾਰ ਬਿਆਨ ਦੇ ਚੁੱਕੇ ਆ। ਮਤਲਬ ਤੁਸੀਂ ਕਿਸ ਬੰਦੇ ਦੀ ਸਟੇਟਮੈਂਟ ਨੂੰ ਐਂਡੋਰਸ ਕਰ ਰਹੇ ਹੋ? ਜਿਹੜਾ ਕਹਿੰਦਾ ਸੀ 15 ਲੱਖ ਰੁਪਈਆ ਆਊਗਾ, ਜਿਹੜਾ ਕਹਿੰਦਾ ਸੀ 2.5 ਕਰੋੜ ਨੌਕਰੀਆਂ ਦਊਂਗਾ, ਜਿਹੜਾ ਕਹਿੰਦਾ ਸੀ ਤੁਹਾਡੀ ਆਮਦਨ ਦੁੱਗਣੀ ਕਰ ਦੂੰਗਾ, ਮੈਟਰੋ ਚਲਾ ਦੂੰਗਾ, ਸੋ ਐਂਡ ਸੋ ਨੰਬਰ ਆਫ ਥਿੰਗਸ। ਔਰ 14 ਨਵੰਬਰ ਤੋਂ ਲੈ ਕੇ ਮਤਲਬ ਜਦੋਂ ਇਹਨਾਂ ਨੇ ਨੋਟਬੰਦੀ ਲਿਆਂਦੀ ਕਿ ਇੱਥੇ ਆ ਜਾਊਗਾ, ਫਿਰ ਉਸ ਤੋਂ ਬਾਅਦ ਕਿ ਨੋਟਾਂ 'ਚ ਤਾਰ ਹੁੰਦੀ ਹੈ ਕਿ ਜੇ ਧਰਤੀ ਦੇ ਥੱਲੇ ਵੀ ਦੱਬੇ ਆ ਤੇ ਉਹ ਵੀ ਪਤਾ ਲੱਗ ਜੂਗਾ। ਨਥਿੰਗ, ਜਿੰਨੀਆਂ ਵੀ ਉਹਨਾਂ ਨੇ ਗੱਲਾਂ ਕੀਤੀਆਂ ਇੱਕ ਤੇ ਵੀ ਖਰੇ ਨਹੀਂ ਉਤਰੇ। ਔਰ ਡਾਕਟਰ ਸਾਹਿਬ ਉਸ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਨੂੰ ਐਂਡੋਰਸ ਕਰ ਰਹੇ ਆ ਕਿ ਪ੍ਰਧਾਨ ਮੰਤਰੀ ਨੇ 2 ਵਾਰ ਬਿਆਨ ਦਿੱਤਾ ਵੀ MSP ਜਾਰੀ ਰਹੂਗੀ। MSP ਦਾ ਇਹਨਾਂ ਕਾਨੂੰਨਾਂ ਨਾਲ ਕੋਈ ਤਾਲੁਕ ਨਹੀਂ। ਪਹਿਲੀ ਗੱਲ ਤਾਂ MSP ਬਣਾਉਣ ਵਾਲੀ ਜਿਹੜੀ ਸੰਸਥਾ ਰეკਮੈਂਡ ਕਰਨ ਵਾਲੀ CACP, ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ, ਉਹਨੂੰ ਸਟੈਚੂਟਰੀ ਬਾਡੀ ਬਣਾਉਣਾ ਚਾਹੀਦਾ। ਜਿਹੜੀ ਪਹਿਲੀ ਮੰਗ ਕਿਸਾਨ ਯੂਨੀਅਨਾਂ ਦੀ ਹੈ ਔਰ ਉਹਦੀਆਂ ਜਿਹੜੀਆਂ ਰეკਮੈਂਡੇਸ਼ਨਸ ਆ ਦੈਟ ਮਸਟ ਬੀ ਬਾਈਂਡਿੰਗ ਵਿਦ ਦਾ ਸੈਂਟਰਲ ਗਵਰਨਮੈਂਟ ਜੀ। ਔਰ 23 ਫਸਲਾਂ ਦਾ CACP ਜਿਹੜਾ ਹੈਗਾ ਰੇਟ ਤੈਅ ਕਰਦੀ ਹੈ ਔਰ 23 ਚੋਂ ਮਿਲਦਾ ਕਿੰਨਾ ਦਾ? ਲੈ ਦੇ ਕੇ ਦੋਵਾਂ ਦਾ। ਕਿਉਂਕਿ ਕਾਟਨ ਦਾ ਰੇਟ ਮੇਰੇ ਖਿਆਲ 5400 ਰੁਪਏ ਸੀ ਤੇ ਕੋਈ 4000 3500 ਨੂੰ ਨਹੀਂ ਪੁੱਛਦਾ। ਮੱਕੀ ਦਾ ਰੇਟ 1800 ਆ ਤੇ 800 ਤੋਂ ਵੱਧ ਕੋਈ ਦੇ ਨਹੀਂ ਰਿਹਾ। ਔਰ ਉਹਦਾ ਇੱਕ ਪੈਰਾਮੀਟਰ ਸੈੱਟ ਹੋਣਾ ਚਾਹੀਦਾ ਕਿ ਜੇ ਅੱਜ ਕਣਕ ਦੀ MSP 2000 ਆ ਤਾਂ ਨੈਕਸਟ ਸੈਸ਼ਨ ਦੇ ਵਿੱਚ ਕੰਪੈਰੀਟਿਵਲੀ ਐਨਾਲਿਸਿਸ ਕਰਕੇ ਡੀਜ਼ਲ ਕਿੰਨਾ ਵਧਿਆ, ਪੈਸਟੀਸਾਈਡ ਦੇ ਰੇਟ ਕਿੰਨੇ ਵਧੇ, ਫਰਟੀਲਾਈਜ਼ਰ ਦੇ ਰੇਟ ਕਿੰਨੇ ਵਧੇ, ਰਿਪੇਅਰ ਕਿੰਨੀ ਮਹਿੰਗੀ ਹੋ ਗਈ, ਟਰੈਕਟਰਾਂ ਦੇ ਰੇਟਾਂ 'ਚ ਕਿੰਨਾ ਵਾਧਾ ਹੋ ਗਿਆ, ਜ਼ਮੀਨ ਦਾ ਰੇਟ ਆ ਉਹ ਕਿਸ ਲੈਵਲ ਤੇ, ਉਹਦੇ ਹਿਸਾਬ ਨਾਲ ਇੱਕ ਸੈੱਟ ਪੈਰਾਮੀਟਰ ਹੋਵੇ ਕਿ ਐਨੂਅਲੀ, ਬਾਈ ਐਨੂਅਲੀ ਜਾਂ 4 ਸਾਲ ਬਾਅਦ MSP ਇੰਨੀ ਵੱਧ ਜੂਗੀ। ਕਿਉਂਕਿ ਤੁਸੀਂ ਕੰਪੈਰੀਟਿਵਲੀ 70s ਤੋਂ ਦੇਖੋ ਤਾਂ ਕਣਕ, ਝੋਨੇ ਜਾਂ ਸਾਡੀਆਂ ਹੋਰ ਸੀਰੀਅਲਸ ਆ ਉਹਨਾਂ ਦੇ ਰੇਟਾਂ ਦੇ ਵਿੱਚ ਇਨਫਲੇਸ਼ਨ ਦੇਖ ਲਓ ਤੇ ਕੰਪੈਰੀਟਿਵਲੀ ਜਿਹੜੀ ਸਾਡੀ ਇਨਪੁਟਸ ਆ ਉਹਦੀ ਗੱਲ ਕਰ ਲਓ। ਔਰ ਕਾਰਪੋਰੇਟ ਵਾਸਤੇ ਅਗਰ MSP ਨੂੰ ਰੈਲੇਵੈਂਟ ਬਣਾਉਣਾ ਤਾਂ ਉਹ ਜ਼ਰੂਰੀ ਗੱਲ ਹੋਵੇ ਕਿ ਜਿਹੜਾ ਵੀ ਬੰਦਾ ਸਾਡੀ ਚੀਜ਼, ਸਾਡੀ ਪ੍ਰੋਡਕਸ਼ਨ ਖਰੀਦਣ ਆਊਗਾ, ਚਾਹੇ ਉਹ ਕਣਕ ਹੈ, ਝੋਨਾ ਹੈ, ਚਾਹੇ ਕਾਟਨ ਹੈ, ਚਾਹੇ ਮੱਕੀ ਹੈ,
ਉਹਦੇ ਵਾਸਤੇ ਮੈਂਡੇਟਰੀ ਹੋਊਗਾ ਕਿ ਬੋਲੀ MSP ਤੋਂ ਸ਼ੁਰੂ ਹੋਊਗੀ। ਜੇ MSP 2000 ਆ ਤਾਂ ਕਾਰਪੋਰੇਟ 2001 ਰੁਪਏ ਤੋਂ ਬੋਲੀ ਸ਼ੁਰੂ ਕਰੂਗਾ, ਚਾਹੇ 2500 ਤੇ ਖਰੀਦ ਲੇ ਚਾਹੇ 3000 ਤੇ ਖਰੀਦ ਲੇ। ਜੇ ਨਹੀਂ ਖਰੀਦਦਾ ਤਾਂ ਉਹਦੇ ਤੇ ਫੌਜਦਾਰੀ ਮੁਕੱਦਮਾ 420 ਦਾ ਤੇ 406 ਦਾ ਬ੍ਰੀਚ ਆਫ ਟਰਸਟ ਦਾ ਦਰਜ ਹੋਊਗਾ। ਔਰ ਅਗਰ ਇਹ ਵੀ ਨਹੀਂ ਕਰਨਾ ਤਾਂ ਜਿੰਨਾ MSP ਤੋਂ ਥੱਲੇ ਆਊਗਾ, MSP 2000 ਆ, ਸਾਡੀ ਫਸਲ 1900 ਨੂੰ ਵਿਕੀ ਤਾਂ 100 ਰੁਪਈਆ ਜਿਹੜਾ ਹੈਗਾ ਗਵਰਨਮੈਂਟ ਸਬਸਿਡਾਈਜ਼ ਕਰਕੇ ਸਾਨੂੰ ਦੇਵੇ ਜਾਂ ਉਹਦੀ ਰਿਕਵਰੀ ਸਰਕਾਰ ਤੋਂ ਕੀਤੀ ਜਾਵੇ, ਤਾਂ ਹੀ ਹੈ ਨਾ। ਅਦਰਵਾਈਜ਼ ਇਟਸ ਅ ਬੋਗਸ ਰਿਕਮੈਂਡੇਸ਼ਨ। ਮੈਂ ਸੋਹਲ ਸਾਹਿਬ ਨੂੰ ਕਹਤਾ ਕਿ ਸੋਹਲ ਸਾਹਿਬ ਜੀਨ ਦੀ ਪੈਂਟ ਨਾ ਪਾਇਆ ਕਰੋ, ਫਾਰਮਲ ਪੈਂਟ ਪਾਇਆ ਕਰੋ, ਇਹਦੀ ਕੀ ਰੈਲੇਵੈਂਸ ਹੈ, ਕੀ ਮਹੱਤਵ ਹੈ ਜਦੋਂ ਸੋਹਲ ਸਾਹਿਬ ਦੀ ਮਰਜ਼ੀ ਚੱਲਣੀ ਹੈ? ਤਾਂ ਥੀਸ ਥਿੰਗਸ ਆਰ ਟੋਟਲੀ ਮੀਨਿੰਗਲੈਸ, ਇਰਰੈਲੇਵੈਂਟ, ਇਲੌਜੀਕਲ, ਜਿੰਨੀ ਦੇਰ ਤੱਕ ਉਹਨੂੰ ਕਾਨੂੰਨੀ ਮਾਨਤਾ ਨਹੀਂ ਦਿੰਦੇ ਔਰ ਕਾਰਪੋਰੇਟ ਨੂੰ ਬਾਉਂਡ ਨਹੀਂ ਕਰਦੇ ਕਿ ਭਾਈ ਤੇਰੇ ਵਾਸਤੇ ਜ਼ਰੂਰੀ ਹੈ ਇਸ ਰੇਟ ਤੇ ਖਰੀਦਣਾ। ਸੋ ਇਸ ਕਰਕੇ MSP ਦਾ ਤਾਂ ਕੋਈ ਤਾਲੁਕ ਹੀ ਨਹੀਂ ਹੈਗਾ ਜਿੰਨੀ ਦੇਰ ਤੱਕ ਉਹਨੂੰ ਬਾਈਂਡ ਨਹੀਂ ਕੀਤਾ ਜਾਂਦਾ ਲੋਕਾਂ ਦੇ ਉੱਪਰ। ਔਰ ਦੂਜਾ ਇੱਕ ਇਹ ਨੁਕਤਾ ਰਹਿ ਗਿਆ ਸੀਗਾ ਕਿ ਜਦੋਂ ਅਸੀਂ ਅਗਰ ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਕਰਨਾ ਤਾਂ ਸਾਡਾ ਕਨਸਟੀਟਿਊਸ਼ਨ ਇਹ ਕਹਿੰਦਾ ਕਿ ਇੰਡੀਆ ਜਿਹੜਾ ਹੈਗਾ ਯੂਨੀਅਨ ਆਫ ਸਟੇਟਸ ਆ ਜੀ, ਔਰ ਫੈਡਰਲ ਸਟਰਕਚਰ ਇਹ ਖੂਬਸੂਰਤੀ ਕੀ ਹੈ ਕਿ ਭਾਰਤ ਇੱਕ ਗੁਲਦਸਤਾ ਵਾ। ਮਨਪ੍ਰੀਤ ਸਿੰਘ ਬਾਦਲ ਜਿਵੇਂ ਕਹਿੰਦੇ ਹੁੰਦੇ ਕਿ ਜਮਹੂਰੀਅਤ ਦਾ ਹੁਸਨ ਆ, ਔਰ ਉਦੋਂ ਬਾਅਦ ਉਹ ਕਿਤੇ ਦਿਸੇ ਹੀ ਨਹੀਂ। ਉਹ ਵੀ ਮਤਲਬ ਪੰਜਾਬ ਦੇ ਸਭ ਤੋਂ ਝੂਠੇ ਸਿਆਸਤਦਾਨਾਂ ਚੋਂ ਇੱਕ ਨੇ। ਚਾਹੇ ਥਰਮਲ ਵਾਲਾ ਮਸਲਾ ਲੈ ਲਓ ਔਰ ਚਾਹੇ ਇਹ ਲੈ ਲਓ ਕਿ ਉਹਨਾਂ ਨੇ ਜਮਹੂਰੀਅਤ ਦੇ ਹੁਸਨ ਬਾਰੇ ਕਿਸੇ ਨੂੰ ਆ ਕੇ ਦੱਸਿਆ ਹੀ ਨਹੀਂ ਕਿ ਜਮਹੂਰੀਅਤ ਦਾ ਹੁਸਨ ਤਾਂ ਇਹ ਆ ਕਿ ਵੈਲਫੇਅਰ ਸਟੇਟ ਆ, ਗਵਰਨਮੈਂਟ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਪ੍ਰੋ ਪੀਪਲ ਜਿਹੜੇ ਲਾਜ਼ ਹੋਣੇ ਚਾਹੀਦੇ ਆ। ਔਰ ਜਿਹੜਾ ਹਿਊਮਨਟੇਰੀਅਨ ਆਸਪੈਕਟ ਆ ਉਹ ਬਿਲਕੁਲ ਵੀ ਮਨਫੀ ਨਹੀਂ ਹੋਣਾ ਚਾਹੀਦਾ ਜੀ। ਔਰ ਇਹ ਸਾਰਾ ਕੁਝ ਹੀ ਤੁਹਾਡੇ ਸਾਹਮਣੇ ਹੀ ਹੈ ਕਿ ਫੈਡਰਲ ਸਟਰਕਚਰ ਸਾਡੇ ਕਨਸਟੀਟਿਊਸ਼ਨ ਦੀ ਖੂਬਸੂਰਤੀ ਹੈ। ਔਰ ਫੈਡਰਲ ਸਟਰਕਚਰ ਨੂੰ ਢਾਉਣ ਵਾਸਤੇ ਤੁਸੀਂ ਦੇਖੋ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਗੱਲ ਹੋ ਗਈ, ਵਨ ਨੇਸ਼ਨ ਵਨ ਟੈਕਸ ਦੀ ਗੱਲ ਹੋ ਗਈ, ਹੁਣ ਵਨ ਨੇਸ਼ਨ ਵਨ ਅਗਰੇਰੀਅਨ ਪਾਲਿਸੀ ਦੀ ਗੱਲ ਹੋ ਗਈ, ਜਦ ਕਿ ਐਗਰੀਕਲਚਰ ਸਟੇਟ ਸਬਜੈਕਟ ਆ। ਚਲੋ ਐਟ ਦਾ ਸੇਮ ਟਾਈਮ ਜਿਹੜੀ ਸਮਵਰਤੀ ਸੂਚੀ ਆ ਕਨਕਰੈਂਟ ਲਿਸਟ ਦੇ ਉੱਪਰ ਇਹਦੇ ਤੇ ਉਹ ਇੰਟਰਫੇਅਰ ਕਰ ਸਕਦੇ ਆ, ਬਟ ਵੈਨ ਐਵਰ ਦੇਰ ਇਜ਼ ਐਨ ਇਨਕਨਸਿਸਟੈਂਸੀ। ਹੁਣ ਅਗਰ ਇਹਨਾਂ ਨੂੰ ਅਸੀਂ ਹੋਰ ਥੋਰੋਲੀ ਦੇਖਾਂਗੇ ਨਾ ਤਾਂ ਇਹਦੇ 'ਚ ਇਹ ਵੀ ਲਿਖਿਆ ਹੋਇਆ ਕਾਨੂੰਨ ਦੇ ਵਿੱਚ ਕਿ ਸੈਂਟਰ ਗਵਰਨਮੈਂਟ ਐਟ ਐਨੀ ਟਾਈਮ ਕੋਈ ਵੀ ਕਿਸੇ ਕਿਸਮ ਦੀਆਂ ਜਿਹੜੀਆਂ ਡਾਇਰੈਕਸ਼ਨਸ, ਨਵੀਆਂ ਜਿਹੜੀਆਂ ਡੈਲੀਬਰੇਟਿਵ ਇੰਸਟਰਕਸ਼ਨਸ ਲੈ ਕੇ ਆ ਸਕਦੀ ਹੈ ਅਗਰ ਅਸੀਂ ਇਹਨੂੰ ਕਾਨੂੰਨੀ ਪੱਖ ਤੋਂ ਵਿਚਾਰਾਂਗੇ। ਤਾਂ ਜਦੋਂ ਅਸੀਂ ਇਹਨੂੰ ਚੈਲੰਜ ਕਰਾਂਗੇ ਤਾਂ ਇਹ ਫੈਡਰਲ ਢਾਂਚੇ ਦੇ ਉੱਪਰ ਜਿਹੜਾ ਵਿਕੇਂਦਰੀਕਰਨ ਜਾਂ ਡੀਸੈਂਟਰਲਾਈਜੇਸ਼ਨ ਆ ਉਹਦੇ ਤੇ ਸਿੱਧਾ ਸਿੱਧਾ ਵਾਰ ਆ, ਤੇ ਉਹ ਵੀ ਕੰਸੀਡਰੇਬਲ ਪੁਆਇੰਟ ਹੈਗਾ ਬਿਫੋਰ ਦਾ ਆਨਰੇਬਲ ਸੁਪਰੀਮ ਕੋਰਟ। ਜੀ ਬਿਲਕੁਲ। ਸੋ ਅੱਜ ਦੀ ਇਸ ਗੱਲਬਾਤ ਦੇ ਵਿੱਚ ਜਿਹੜੇ ਸਵਾਲ ਖੜੇ ਹੋ ਰਹੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਆਮ ਜਦੋਂ ਅਸੀਂ ਦੇਖਦੇ ਹਾਂ ਕਿ ਕਾਨੂੰਨੀ ਰਾਏ ਨੂੰ ਲੈ ਕੇ ਵੀ ਕਈ ਤਰੀਕੇ ਦੇ ਮਤਭੇਦ ਸਾਹਮਣੇ ਆ ਰਹੇ ਨੇ, ਜਾਂ ਫਿਰ ਇਸ ਸੰਘਰਸ਼ ਨੂੰ ਹੁਣ ਅੱਗੇ ਕਿਸ ਤਰੀਕੇ ਨਾਲ ਲੈ ਕੇ ਜਾਣਾ ਹੈ, ਜਾਂ ਫਿਰ ਇਸ ਸੰਘਰਸ਼ ਦੇ ਵਿੱਚ ਕਿਵੇਂ ਦੀ ਜਿਹੜੀ ਰਾਏ ਸ਼ੁਮਾਰੀ ਆਉਣ ਵਾਲੇ ਸਮੇਂ 'ਚ ਹੋਣੀ ਚਾਹੀਦੀ ਹੈ, ਤੇ ਕਿਸਾਨ ਆਰਡੀਨੈਂਸ ਜਿਹੜੇ 3 ਆਰਡੀਨੈਂਸ ਜਿਹੜੇ ਲਾਗੂ ਕੀਤੇ ਗਏ ਨੇ ਇਹਦੇ ਵਿੱਚ ਕਿਹੜੀਆਂ ਗੱਲਾਂ ਸਹੀ ਨੇ ਕਿਹੜੀਆਂ ਗਲਤ ਨੇ। ਸੋ ਉਹਦੇ ਉੱਤੇ ਮੈਨੂੰ ਲੱਗਦਾ ਹੈ ਕਿ ਵਿਸਥਾਰ ਦੇ ਨਾਲ ਮਨਜਿੰਦਰ ਹੋਣਾ ਨੇ, ਸਿਮਰਨ ਹੋਣਾ ਨੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਉਮੀਦ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਦੇ ਲਈ ਧੰਨਵਾਦ। ਬਹੁਤ ਮਿਹਰਬਾਨੀ ਜੀ, ਔਰ ਤੁਹਾਡੇ ਸਾਰੇ ਅਦਾਰੇ ਦਾ, ਸਾਰੇ ਵਿਊਅਰਸ ਦਾ, ਲਿਸਨਰ ਦਾ ਬਹੁਤ ਸ਼ੁਕਰੀਆ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਜਿੱਥੇ ਤੁਸੀਂ ਅੱਜ ਅਸੀਂ ਨੌਜਵਾਨ ਵਕੀਲਾਂ ਨੂੰ ਤੁਹਾਡੇ ਤੱਕ ਪੇਸ਼ ਕੀਤਾ, ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਕਿਸਾਨੀ ਸੰਘਰਸ਼ ਦੀਆਂ ਵੀ ਹਰ ਤਸਵੀਰਾਂ, ਕਹਾਣੀਆਂ ਨੂੰ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਇੱਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ TV ਦੇ ਨਾਲ।